ਗੁੱਡ ਈਵਨਿੰਗ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਕਰੰਟ ਅਫੇਅਰ ਦੀ ਕਲਾਸ ਦੇ ਵਿੱਚ। ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਡੀ ਪ੍ਰੈਪਰੇਸ਼ਨ ਸਾਰਿਆਂ ਦੀ ਵਧੀਆ ਚੱਲ ਰਹੀ ਹੋਊ। ਤੇ ਜਿਹੜੇ ਬੱਚੇ ਆਨਲਾਈਨ ਦੇਖ ਰਹੇ ਨੇ, ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਬਸ 1 ਮਿੰਟ 'ਚ ਆਪਾਂ ਸਟਾਰਟ ਕਰਨ ਲੱਗੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਜੀ? ਆਵਾਜ਼ ਆ ਰਹੀ ਹੈ ਜੀ? ਨਹੀਂ, ਮੈਂ ਠੀਕ ਹੈ ਜੀ ਹਰਵਿੰਦਰ ਜੀ। ਤੇ ਸਾਡਾ ਜੋ ਅੱਜ ਦਾ ਫਸਟ ਟੌਪਿਕ ਹੈ ਜੀ, that is Citizenship Amendment Act 2019, very important। ਇਹ ਬਹੁਤ ਇੰਪੋਰਟੈਂਟ ਇੱਕ ਸਾਡੇ ਪੇਪਰ ਲਈ ਐਕਟ ਹੈ ਜੀ, ਜੋ 2019 ਦੇ ਵਿੱਚ ਪਾਸ ਕੀਤਾ ਗਿਆ ਸੀ। ਤੇ ਰੀਸੈਂਟਲੀ ਇਟ ਵਾਜ਼ ਇਨ ਨਿਊਜ਼, ਦੈਟਸ ਵਾਈ ਵੀ ਆਰ ਗੋਇੰਗ ਟੂ ਕਵਰ ਇਟ ਇਨ ਟੂਡੇਜ਼ ਲੈਕਚਰ। ਤੇ ਜੋ ਸਾਡਾ ਕੁਐਸਚਨ ਹੈ ਸਿਟੀਜ਼ਨਸ਼ਿਪ ਬਾਰੇ, ਜੋ ਸਟੈਟਿਕ ਪੋਲਿਟੀ ਦਾ ਪਾਰਟ ਹੈ, ਜੋ ਵੀ ਸਾਡੀਆਂ ਇਹਦੇ ਬਾਰੇ ਆਪਸ਼ਨਸ ਨੇ, ਉਹ ਸਾਰੀਆਂ ਸਟੈਟਿਕ ਜੋ ਪੋਲਿਟੀ ਵਾਲਾ ਪਾਰਟ ਆ ਸਾਡਾ ਸਿਟੀਜ਼ਨਸ਼ਿਪ ਚੈਪਟਰ ਆ, ਉਹਦੇ 'ਚ ਤੁਹਾਨੂੰ ਮਿਲ ਜਾਣਗੀਆਂ। ਫਸਟ ਆਪਸ਼ਨ ਹੈ ਜੀ, ਪਾਰਟ 2 ਆਫ ਦ ਕੰਸਟੀਟਿਊਸ਼ਨ ਆਫ ਇੰਡੀਆ deals with the provisions of citizenship. Second, Citizenship Amendment Act 2019 proposed for granting Indian citizenship to the persecuted religious minorities from Pakistan, Sri Lanka and Bangladesh. ਠੀਕ ਹੈ ਜੀ। ਤੁਸੀਂ ਮਤਲਬ ਜਿਵੇਂ ਆਪਾਂ ਅੱਗੇ ਵੀ ਮੈਂ ਤੁਹਾਨੂੰ ਇੱਕ ਦੋ ਵਾਰੀ ਆਪਾਂ ਦੱਸਿਆ ਵੀ ਕਿਹੜੀਆਂ ਕੁਛ ਹਰ ਇੱਕ ਕੁਐਸਚਨ ਦੇ ਵਿੱਚ ਜਾਂ ਉਹਨਾਂ ਦੀਆਂ ਆਪਸ਼ਨਸ ਦੇ ਵਿੱਚ ਕੁਝ ਟਰਮਸ ਹੁੰਦੀਆਂ ਨੇ ਜਿਹੜੀਆਂ ਸਾਨੂੰ ਧਿਆਨ 'ਚ ਰੱਖਣੀਆਂ ਪੈਂਦੀਆਂ, ਜਿਨ੍ਹਾਂ ਦੇ ਬੇਸਿਸ 'ਤੇ ਸਾਡਾ ਜੋ ਆਨਸਰ ਆ ਜਾਂ ਪਰਟੀਕੂਲਰ ਉਹ ਆਪਸ਼ਨ ਆ, ਕਹਿ ਲਓ ਠੀਕ ਆ ਜਾਂ ਗਲਤ ਆ, ਉਹਨਾਂ 'ਤੇ ਡਿਪੈਂਡ ਕਰਦੀ ਆ। ਫਸਟ ਆਪਸ਼ਨ ਦੇ ਵਿੱਚ ਹੋ ਗਿਆ ਜੀ ਪਾਰਟ 2 ਆਫ ਦਾ ਕਨਸਟੀਟਿਊਸ਼ਨ, ਠੀਕ ਹੈ ਜੀ। ਸੈਕੰਡ ਆਪਸ਼ਨ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 proposed for granting Indian citizenship to prosecuted religious minorities from Pakistan, Sri Lanka and Bangladesh, ਠੀਕ ਹੈ ਜੀ। ਇਹ ਇਹਦੇ 'ਚ ਕੁਛ ਟਰਮਸ ਨੇ ਧਿਆਨ 'ਚ ਰੱਖਣ ਵਾਲੀਆਂ। Then third statement is fundamental rights provided under Article 15, 16, Article 19 and cultural and educational rights are available only to the Indian citizens, ਠੀਕ ਹੈ ਜੀ। ਇੱਥੇ ਅਸੀਂ ਟਰਮ ਹੈ ਓਨਲੀ ਤੇ ਅਵੇਲੇਬਲ ਟੂ ਦ ਇੰਡੀਅਨ ਸਿਟੀਜ਼ਨਸ। ਤੇ ਫਿਰ ਜੋ ਲਾਸਟ ਆਪਸ਼ਨ ਹੈ ਦੈਟ ਇਜ਼ Constitution of India provides 5 methods by which one can acquire Indian citizenship. These are by birth,
by descent, by registration, by naturalization and by incorporation of territory। ਇਹਦੇ ਚ ਟਰਮ ਹੈ ਜੀ ਕਨਸਟੀਟਿਊਸ਼ਨ ਆਫ ਇੰਡੀਆ। ਕਹਿੰਦੇ ਵੀ ਸਾਡੇ ਸੰਵਿਧਾਨ ਦੇ ਅਕੋਰਡਿੰਗ 5 ਮੈਥਡ ਨੇ ਜਿਨ੍ਹਾਂ ਦੇ ਅਨੁਸਾਰ ਕੋਈ ਵੀ ਬੰਦਾ, ਕੋਈ ਵੀ ਪਰਸਨ ਇੰਡੀਅਨ ਸਿਟੀਜ਼ਨਸ਼ਿਪ ਐਕਵਾਇਰ ਕਰ ਸਕਦਾ। ਕਿਹੜੇ ਕਿਹੜੇ ਮੈਥਡਸ ਨੇ ਜੀ ਉਹ? ਬਾਈ ਬਰਥ, ਬਾਈ ਡਿਸੈਂਟ, ਬਾਈ ਰਜਿਸਟ੍ਰੇਸ਼ਨ, ਬਾਈ ਨੈਚੁਰਲਾਈਜੇਸ਼ਨ ਐਂਡ ਬਾਈ ਇਨਕੋਰਪੋਰੇਸ਼ਨ ਆਫ ਟੈਰੀਟਰੀ। ਤੁਸੀਂ ਦੱਸਣਾ ਇਹਨਾਂ ਚੋਂ ਸਾਰੀਆਂ ਸਟੇਟਮੈਂਟਸ ਠੀਕ ਨੇ, ਪਹਿਲੀ, ਤੀਸਰੀ, ਚੌਥੀ ਠੀਕ ਆ, ਜਾਂ ਪਹਿਲੀ ਤੇ ਤੀਜੀ ਠੀਕ ਆ, ਜਾਂ ਤੀਜੀ ਤੇ ਚੌਥੀ ਠੀਕ ਆ। ਠੀਕ ਹੈ ਜੀ, ਜ਼ਰੂਰ ਇਹਦਾ ਆਨਸਰ ਕਰੋ, ਇੰਪੋਰਟੈਂਟ ਕੁਐਸਚਨ ਆ। ਤੇ ਫਿਰ ਅਸੀਂ ਗੱਲ ਕਰਦੇ ਹਾਂ ਵਾਈ ਇਟ ਇਜ਼ ਇਨ ਨਿਊਜ਼। ਆ ਕੁਛ ਬੱਚੇ ਹੁਣੇ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਮੈਂ ਇੱਕ ਵਾਰੀ ਕੁਐਸਚਨ ਫੇਰ ਉਹਨਾਂ ਲਈ ਦੱਸਦਾ ਉਹਨਾਂ ਨੂੰ। ਕੁਐਸਚਨ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਦੇ ਰਿਲੇਟਡ। ਚੂਜ਼ ਦਾ ਕਰੈਕਟ ਸਟੇਟਮੈਂਟਸ ਅਬਾਊਟ ਸਿਟੀਜ਼ਨਸ਼ਿਪ ਇਨ ਇੰਡੀਆ। First statement is part 2 of the Constitution of India deals with the provisions of citizenship. Second option, Citizenship Amendment Act 2019 proposed for granting Indian citizenship to the persecuted religious minorities from Pakistan, Sri Lanka and Bangladesh. Then third option, fundamental rights provided under Article 15, 16, 19 and cultural and educational rights are available only to the Indian citizens. Fourth option, Constitution of India provides 5 methods by which one can acquire Indian citizenship. These are by birth, by descent, by registration, by naturalization, by incorporation of territory। ਤੁਸੀਂ ਦੱਸਣਾ ਨਾ ਜੋ ਕਿਹੜੀਆਂ ਸਟੇਟਮੈਂਟਸ ਠੀਕ ਨੇ। ਤੇ ਹੁਣ ਆਪਾਂ ਸਾਡੀ ਨਿਊਜ਼ ਦੀ ਗੱਲ ਕਰਦੇ ਹਾਂ ਜੀ। ਵਾਈ ਇਜ਼ ਇਨ ਨਿਊਜ਼। ਰੀਸੈਂਟਲੀ ਯੂਨੀਅਨ ਗਵਰਨਮੈਂਟ has decided to grant citizenship to the members of 6 minority communities. 6 minority communities from Pakistan, Afghanistan and Bangladesh, whose passports and visas have ceased to be valid during their stay in India। मतलब जिन्हें वो कुछ टाइम तो इंडिया ਦੇ ਵਿੱਚ ਰਹਿ ਰਹੇ ਨੇ। कौन? 6 ਰਿਲੀਜੀਅਸ ਮਾਈਨੋਰਿਟੀਜ਼ ਨੇ। ਕਿੱਥੋਂ ਦੀਆਂ ਜੀ? ਪਾਕਿਸਤਾਨ, ਅਫਗਾਨਿਸਤਾਨ ਐਂਡ ਬੰਗਲਾਦੇਸ਼। ਬਟ ਡਿਊਰਿੰਗ देयर ਸਟੇ ਇਨ ਇੰਡੀਆ ਜਿਹੜਾ ਉਹਨਾਂ ਦਾ ਪਾਸਪੋਰਟ ਸੀ, ਜਿਹੜਾ ਵੀਜ਼ਾ ਸੀ, ਉਹ ਐਕਸਪਾਇਰ ਹੋ ਗਿਆ ਤੇ ਉਹਨਾਂ ਦਾ ਜੋ ਵੀਜ਼ਾ, ਜੋ ਪਾਸਪੋਰਟ ਉਹਨਾਂ ਕੋਲ ਆ, ਉਹ ਹੁਣ ਇਨਵੈਲਿਡ ਹੋ ਗਿਆ। ਬਟ ਉਹਦੇ ਬੇਸਿਸ ਤੇ ਵੀ ਉਹਨਾਂ ਨੂੰ ਇੰਡੀਅਨ ਸਿਟੀਜ਼ਨਸ਼ਿਪ ਪ੍ਰੋਵਾਈਡ ਕੀਤੀ ਜਾਊਗੀ, ਜੋ ਰੀਸੈਂਟਲੀ ਗਵਰਨਮੈਂਟ ਆਫ ਇੰਡੀਆ ਨੇ ਕਿਹਾ, ਜਿਹਦੇ ਕਰਕੇ ਨਿਊਜ਼, ਇਹ ਜੋ ਟੌਪਿਕ ਹੈ ਨਿਊਜ਼ ਦੇ ਵਿੱਚ ਹੈ। ਠੀਕ ਹੈ ਜੀ। ਫਿਰ ਆਪਾਂ ਇਹਦੀ ਬੈਕਗਰਾਊਂਡ ਦੀ ਗੱਲ ਕਰੀਏ ਥੋੜਾ ਜਿਹਾ, ਇਹਦੇ ਕਿਵੇਂ ਇਹ ਚੀਜ਼ ਸਟਾਰਟ ਹੋਈ ਆ। ਇਨ 2015 ਮਿਨਿਸਟਰੀ ਆਫ ਹੋਮ ਅਫੇਅਰਸ, ਜਿਹੜਾ ਸਿਟੀਜ਼ਨਸ਼ਿਪ ਕਿਸੇ ਨੂੰ ਪ੍ਰੋਵਾਈਡ ਕਰਨਾ ਜਾਂ ਕਿਸੇ ਦੀ ਸਿਟੀਜ਼ਨਸ਼ਿਪ ਨੂੰ ਖਤਮ ਕਰਨਾ, ਉਹ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਆਉਂਦਾ। ਠੀਕ ਹੈ ਜੀ। ਮਿਨਿਸਟਰੀ ਆਫ ਹੋਮ ਅਫੇਅਰਸ ਅਮੈਂਡਡ ਦਾ ਸਿਟੀਜ਼ਨਸ਼ਿਪ ਰੂਲਸ। ਉਹਨਾਂ ਨੇ ਸਿਟੀਜ਼ਨਸ਼ਿਪ ਦੇ ਜਿਹੜੇ ਰੂਲ ਨੇ ਉਹਨਾਂ ਨੂੰ ਅਮੈਂਡ ਕੀਤਾ ਸੀ, ਉਹਨਾਂ ਨੂੰ ਚੇਂਜ ਕੀਤਾ। ਐਂਡ ਲੀਗਲਾਈਜ਼ ਦਾ ਸਟੇ ਆਫ ਮਾਈਗ੍ਰੈਂਟਸ ਬਿਲੋਂਗਿੰਗ ਟੂ 6 ਕਮਿਊਨਿਟੀਜ਼ who entered India on or before December 31, 2014। ਜਿਹੜੇ 31 ਦਸੰਬਰ 2014 ਤੋਂ ਪਹਿਲਾਂ ਇੰਡੀਆ ਦੇ ਵਿੱਚ ਆ ਚੁੱਕੇ ਨੇ, ਬਟ ਹੁਣ ਉਹ ਕਹਿ ਲਓ ਵੀ ਉਹਨਾਂ ਦੀ ਜਿਹੜੀ ਸਟੇ ਇੱਥੇ ਇੰਡੀਆ ਦੇ ਵਿੱਚ ਆ ਚੁੱਕੇ ਨੇ, ਉਹਨਾਂ ਨੂੰ ਸਿਟੀਜ਼ਨਸ਼ਿਪ ਪ੍ਰੋਵਾਈਡ ਕਰਨ ਦੇ ਲਈ ਰੂਲਸ ਨੂੰ ਅਮੈਂਡ ਕੀਤਾ ਗਿਆ ਸੀ 2015 ਦੇ ਵਿੱਚ। ਠੀਕ ਹੈ ਜੀ। ਫॉर ਦਿਸ ਦੇ ਹੈਵ ਬੀਨ ਗਿਵਨ ਐਗਜ਼ੈਂਪਸ਼ਨਸ ਫਰੋਮ ਦ ਪ੍ਰੋਵੀਜ਼ਨਸ ਆਫ ਪਾਸਪੋਰਟ ਐਕਟ ਐਂਡ ਫੋਰਨਰਸ ਐਕਟ। ਪਾਸਪੋਰਟਸ ਐਕਟ ਐਂਡ ਫੋਰਨਰਸ ਐਕਟ ਦੋ ਐਕਟ ਨੇ ਜੋ ਸਿਟੀਜ਼ਨਸ਼ਿਪ ਜਾਂ ਕਹਿ ਲਓ ਪਾਸਪੋਰਟਸ ਦੇ ਨਾਲ, ਜਾਂ ਜਿਹੜੇ ਫੋਰਨਰਸ ਇੰਡੀਆ ਦੇ ਵਿੱਚ ਲੀਗਲੀ ਇਲੀਗਲੀ ਐਂਟਰ ਕਰ ਜਾਂਦੇ ਨੇ, ਉਹਨਾਂ ਦੇ ਨਾਲ ਕੰਸਰਨ ਰੱਖਦੇ ਨੇ ਇਹ ਦੋ ਐਕਟ। ਇਹਨਾਂ ਦੋਨੋਂ ਐਕਟਸ ਤੋਂ 6 ਕਮਿਊਨਿਟੀਜ਼ ਨੂੰ, 6 ਰਿਲੀਜੀਅਸ ਕਮਿਊਨਿਟੀਜ਼ ਨੂੰ ਜਿਹੜੀਆਂ ਬਿਲੋਂਗ ਕਰਦੀਆਂ ਨੇ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ, ਤੇ ਜੋ 2014 31 ਦਸੰਬਰ ਤੋਂ ਪਹਿਲਾਂ ਇੰਡੀਆ 'ਚ ਆ ਗਏ, ਉਹਨਾਂ ਨੂੰ ਇਹਨਾਂ ਦੋਨਾਂ ਐਕਟਸ ਦੀਆਂ ਪ੍ਰੋਵੀਜ਼ਨਸ ਤੋਂ ਐਗਜ਼ੰਪਟ ਕਰਤਾ ਸੀ, ਸੋ ਦੈਟ ਇਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾ ਸਕੇ। ਉਹਨਾਂ ਕੋਲੇ ਚਾਹੇ ਲੀਗਲ ਡਾਕੂਮੈਂਟਸ ਹੈ ਚਾਹੇ ਡਾਕੂਮੈਂਟਸ ਨਹੀਂ ਹੈ। ਠੀਕ ਹੈ ਜੀ। ਤੇ ਇਹ ਪ੍ਰੋਵਾਈਡ ਕੀਤੀ ਜਾ ਰਹੀ ਸੀ। ਤੇ ਫਿਰ ਰੀਸੈਂਟਲੀ ਹੁਣ ਗਵਰਨਮੈਂਟ ਨੇ ਕਿਉਂ ਇਹ ਕੀਤਾ? ਕਿਉਂਕਿ ਹਲੇ ਤੱਕ ਕੀ ਸੀ, ਜੋ ਮਿਨਿਸਟਰੀ ਆਫ ਹੋਮ ਅਫੇਅਰ ਦਾ ਪੋਰਟਲ ਸੀ ਨਾ, ਜਿਹਦੇ ਉੱਪਰ ਡਾਕੂਮੈਂਟਸ ਅਪਲੋਡ ਕਰਨੇ ਨੇ, ਉਹਨਾਂ ਦੇ ਵਿੱਚ ਇਹ ਚੇਂਜਸ ਨਹੀਂ ਕੀਤੀਆਂ ਗਈਆਂ ਸੀ। ਉੱਥੇ ਕੀ ਹੋ ਰਿਹਾ ਸੀ ਕਿ ਕੁਛ ਜੋ ਰਿਲੀਜੀਅਸ ਮਾਈਨੋਰਿਟੀਜ਼ ਦੀ ਗੱਲ ਕੀਤੀ ਗਈ, ਉਹਨਾਂ ਦੇ ਵਿੱਚੋਂ ਕੁਛ ਰਿਲੀਜੀਅਸ ਮਾਈਨੋਰਿਟੀਜ਼ ਜੋ ਇਹਨਾਂ 3 ਕੰਟਰੀਜ਼ ਨੂੰ ਬਿਲੋਂਗ ਕਰਦੀਆਂ ਸੀ, ਜਦੋਂ ਉਹ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੀਆਂ ਨੇ ਜਾਂ ਆਪਣੇ ਡਾਕੂਮੈਂਟਸ ਉੱਤੇ ਅਪਲੋਡ ਕਰਦੀਆਂ ਨੇ ਗਵਰਨਮੈਂਟ ਦੇ ਪੋਰਟਲ ਤੇ, ਤਾਂ ਉਹਨਾਂ ਨੂੰ ਇਨਵੈਲਿਡ ਸ਼ੋਅ ਕੀਤਾ ਜਾ ਰਿਹਾ ਸੀ। ਸੋ ਉਸ ਪੋਰਟਲ ਨੂੰ ਕਰੈਕਟ ਕਰਨ ਦੇ ਲਈ ਰੀਸੈਂਟਲੀ ਗਵਰਨਮੈਂਟ ਨੇ ਡਿਸਾਈਡ ਕੀਤਾ, ਜਿਹਦੇ ਕਰਕੇ ਟੌਪਿਕ ਨਿਊਜ਼ ਦੇ ਵਿੱਚ ਆ। ਠੀਕ ਹੈ ਜੀ।
ਤੇ ਫਿਰ ਅਸੀਂ ਗੱਲ ਕਰ ਲਈਏ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019, ਨਾਗਰਿਕਤਾ ਸੋਧ ਕਾਨੂੰਨ 2019 ਚ ਪਾਸ ਹੋ ਗਿਆ ਸੀ, ਬਟ ਹਲੇ ਤੱਕ ਇਹ ਕਾਨੂੰਨ ਇੰਪਲੀਮੈਂਟ ਨਹੀਂ ਹੋਇਆ, ਬਿਕੋਜ਼ ਇਹਦੇ ਲਈ ਇਹਨੂੰ ਇੰਪਲੀਮੈਂਟ ਕਰਨ ਦੇ ਲਈ ਜਿਹੜੇ ਰੂਲਸ ਨੇ, ਰੈਗੂਲੇਸ਼ਨਸ ਨੇ, ਉਹ ਹਲੇ ਤੱਕ ਨਹੀਂ ਬਣਾਈਆਂ ਗਈਆਂ। ਠੀਕ ਹੈ ਜੀ, ਬਿਕੋਜ਼ ਤੁਹਾਨੂੰ ਪਤਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀ ਅਗੇਂਸਟ ਬਹੁਤ ਪ੍ਰੋਟੈਸਟ ਹੋ ਰਹੀ ਆ, ਸਪੈਸ਼ਲੀ ਵੈਸਟ ਬੰਗਾਲ ਏਰੀਆ, ਕਿਉਂਕਿ ਜਿੱਥੇ ਬੰਗਲਾਦੇਸ਼ ਤੋਂ ਬਹੁਤ ਲੋਕ ਆ ਕੇ ਰਹਿ ਰਹੇ ਨੇ, ਹੈ ਨਾ, ਤੇ ਉਹ ਜਿਹੜੇ ਲੋਕ ਨੇ ਕਾਫੀ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਨੇ, ਉਹਨਾਂ ਨੂੰ ਇਹ ਲੱਗ ਰਿਹਾ ਵੀ ਜੇ ਇਹ ਐਕਟ ਇੰਪਲੀਮੈਂਟ ਹੋ ਗਿਆ ਤਾਂ ਉਹਨਾਂ ਦੀ ਜਿਹੜੀ ਸਟੇ ਆ ਇੰਡੀਆ ਦੇ ਵਿੱਚ ਉਹਨੂੰ ਇਲੀਗਲ ਡਿਕਲੇਅਰ ਹੋ ਜਾਊਗਾ, ਬਿਕੋਜ਼ ਜੋ ਮਾਈਨੋਰਿਟੀਜ਼ ਦੀ ਗੱਲ ਕੀਤੀ ਗਈ ਉਹਨਾਂ ਦੇ ਵਿੱਚ ਬੰਗਲਾਦੇਸ਼ ਇਨਕਲੂਡਡ ਨਹੀਂ ਹੈ। ਉਹ ਕੰਟਰੀਜ਼, ਜਿਨ੍ਹਾਂ ਕੰਟਰੀਜ਼ ਦੀ ਗੱਲ ਕੀਤੀ ਗਈ ਉਹਨਾਂ 'ਚ 3 ਕੰਟਰੀਜ਼ ਨੇ, ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼, ਤਿੰਨੋਂ ਹੈ, ਬਟ ਇਹਨਾਂ ਦੇ ਵਿੱਚ ਜੋ ਉੱਥੋਂ ਦੇ ਮੁਸਲਿਮਸ ਨੇ, ਮੁਸਲਿਮ ਮਾਈਨੋਰਿਟੀਜ਼ ਇਹਨਾਂ 6 ਮਾਈਨੋਰਿਟੀਜ਼ ਦਾ ਪਾਰਟ ਨਹੀਂ ਹੈ, ਜਿਹਦੇ ਕਰਕੇ ਉੱਥੋਂ ਦੇ ਲੋਕ ਇਹਦਾ ਪ੍ਰੋਟੈਸਟ ਕਰ ਰਹੇ ਨੇ, ਜੋ ਕਾਫੀ ਲੰਮੇ ਸਮੇਂ ਤੋਂ ਇੰਡੀਆ 'ਚ ਰਹਿ ਰਹੇ ਨੇ। ਉਹਨਾਂ ਕੋਲੇ ਕਹਿ ਲਓ ਜੋ ਵੀ ਇੱਥੇ ਰਾਈਟਸ ਨੇ ਉਹ ਉਹਨਾਂ ਕੋਲੇ ਅਵੇਲੇਬਲ ਨੇ, ਪ੍ਰੋਪਰਟੀ ਵੀ ਹੋਲਡ ਕਰ ਰਹੇ ਨੇ, ਪੜ੍ਹ ਵੀ ਰਹੇ ਨੇ, ਨੌਕਰੀਆਂ ਵੀ ਕਰ ਰਹੇ ਨੇ, ਹੈ ਨਾ, ਪ੍ਰਾਈਵੇਟ ਕੰਮ ਵੀ ਕਰ ਰਹੇ ਨੇ। ਸੋ ਮਤਲਬ ਇੱਕ ਤਰ੍ਹਾਂ ਨਾਲ ਉਹ ਪਿਛਲੇ 30, 35, 40 ਸਾਲਾਂ ਤੋਂ ਇੰਡੀਆ 'ਚ ਰਹਿ ਰਹੇ ਨੇ, ਬਟ ਉਹਨਾਂ ਨੂੰ ਹੁਣ ਡਰ ਹੈ, ਬਿਕੋਜ਼ most of them belong to ਮੁਸਲਿਮ ਕਮਿਊਨਿਟੀ, ਬਟ ਮੁਸਲਿਮ ਜੋ ਮਾਈਨੋਰਿਟੀ ਹੈ, ਜੋ ਮੁਸਲਿਮ ਰਿਲੀਜਨ ਆ, ਉਹ ਇਹਨਾਂ 6 ਮਾਈਨੋਰਿਟੀਜ਼ ਦਾ ਪਾਰਟ ਨਹੀਂ ਹੈ, ਜਿਹਦੇ ਕਰਕੇ ਉਹ ਲੋਕ ਪ੍ਰੋਟੈਸਟ ਕਰ ਰਹੇ ਨੇ ਕਿ ਇਹਨੂੰ ਇੰਪਲੀਮੈਂਟ ਨਾ ਕੀਤਾ ਜਾਵੇ। ਬਾਕੀ ਦੂਸਰੀ ਗੱਲ ਇਹ ਹੈ ਵੀ ਬਹੁਤ ਸਾਰੇ ਜੋ ਇੰਡੀਅਨ ਸਿਟੀਜ਼ਨਸ ਨੇ ਜਿਨ੍ਹਾਂ ਕੋਲੇ ਜੋ ਇਹਦੇ ਜੋ ਸਾਡਾ ਅਮੈਂਡਮੈਂਟ ਐਕਟ ਆ ਉਹਨਾਂ ਦੀਆਂ ਜੋ ਰਿਕੁਆਇਰਮੈਂਟਸ ਨੇ, ਉਹਨਾਂ ਨੂੰ ਡਰ ਆ ਕਿ ਉਹਨਾਂ ਕੋਲੇ ਉੱਦਾਂ ਦੇ ਡਾਕੂਮੈਂਟਸ ਨਹੀਂ ਹੈ, ਬਟ ਉਹ ਹੈ ਸਿਟੀਜ਼ਨਸ, ਉਹ ਵੀ ਪ੍ਰੋਟੈਸਟ ਕਰ ਰਹੇ ਨੇ ਕਿ ਉਹਨਾਂ ਦੀ ਸਿਟੀਜ਼ਨਸ਼ਿਪ ਨੂੰ ਵੀ ਖਤਰਾ ਹੋ ਸਕਦਾ ਇਹਦੀ ਇੰਪਲੀਮੈਂਟੇਸ਼ਨ ਦੇ ਨਾਲ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019, ਇਟ ਅਮੈਂਡਡ ਦਾ ਸਿਟੀਜ਼ਨਸ਼ਿਪ ਐਕਟ 1955, ਵੈਰੀ ਇੰਪੋਰਟੈਂਟ। ਇਸ ਤੋਂ ਪਹਿਲਾਂ ਜੋ ਕਾਨੂੰਨ ਸੀ ਸਿਟੀਜ਼ਨਸ਼ਿਪ ਵਾਲਾ ਜੀ, ਉਹ ਸੀ 1955 ਦਾ ਕਾਨੂੰਨ। ਉਸ ਕਾਨੂੰਨ ਨੂੰ ਅਮੈਂਡ ਕੀਤਾ ਗਿਆ 2019 ਦੇ ਵਿੱਚ। ਠੀਕ ਹੈ ਜੀ, ਟੂ ਪ੍ਰੋਵਾਈਡ ਸਿਟੀਜ਼ਨਸ਼ਿਪ ਟੂ ਅਨਡਾਕੂਮੈਂਟਡ ਔਰ ਇਲਲੀਗਲ ਮਾਈਗਰੈਂਟਸ, ਜਿਹੜੇ ਇਲੀਗਲੀ ਇੰਡੀਆ ਦੇ ਵਿੱਚ ਆਏ ਨੇ ਜਾਂ ਜਿਨ੍ਹਾਂ ਕੋਲ ਡਾਕੂਮੈਂਟਸ ਨਹੀਂ ਹੈ, ਅਨਡਾਕੂਮੈਂਟਡ ਨੇ, ਫਰੋਮ 6 ਨਾਨ ਮੁਸਲਿਮ ਕਮਿਊਨਿਟੀਜ਼। ਠੀਕ ਹੈ ਜੀ, ਵੈਰੀ ਇੰਪੋਰਟੈਂਟ। ਇਹ ਜਿਹੜੀਆਂ 6 ਕਮਿਊਨਿਟੀਜ਼ ਨੇ, ਦੀਜ਼ ਆਰ ਨਾਨ ਮੁਸਲਿਮ ਕਮਿਊਨਿਟੀਜ਼ of 3 neighboring countries, ਬੰਗਲਾਦੇਸ਼, ਪਾਕਿਸਤਾਨ ਐਂਡ ਅਫਗਾਨਿਸਤਾਨ। ਠੀਕ ਹੈ ਜੀ, ਤੇ ਹੁਣ ਆਪਾਂ ਗੱਲ ਕਰੀਏ ਕਮਿਊਨਿਟੀਜ਼ ਕਿਹੜੀਆਂ ਨੇ। ਨਾਨ ਮੁਸਲਿਮ ਕਮਿਊਨਿਟੀਜ਼ ਨੇ ਹਿੰਦੂ, ਸਿੱਖ, ਬੁੱਧਿਸਟ, ਜੈਨ, ਕ੍ਰਿਸਚਨਸ ਐਂਡ ਪਾਰਸੀਜ਼। ਇਹ 6 ਕਮਿਊਨਿਟੀਜ਼ ਨੂੰ ਦੇ ਲੋਕਾਂ ਨੂੰ ਜੇ ਉਹ 2014 31 ਦਸੰਬਰ ਤੋਂ ਪਹਿਲਾਂ ਇੰਡੀਆ 'ਚ ਐਂਟਰ ਹੋ ਚੁੱਕੇ ਨੇ, ਉਹਨਾਂ ਕੋਲੇ ਡਾਕੂਮੈਂਟ ਹੈ, ਵੈਲਿਡ ਡਾਕੂਮੈਂਟਸ ਹੈ ਚਾਹੇ ਨਹੀਂ ਹੈ, ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਹੈ ਇਸ ਨਾਗਰਿਕਤਾ ਸੋਧ ਕਾਨੂੰਨ ਦੇ ਤਹਿਤ। ਠੀਕ ਹੈ ਜੀ, ਤੇ ਦਿਸ ਐਕਟ, ਹੋਰ ਇਸ ਐਕਟ ਨੇ ਕੀ ਪ੍ਰਪੋਜ਼ ਕੀਤਾ, ਇਸ ਐਕਟ ਦੇ ਅੰਡਰ ਕੀ ਨਵੀਂ ਇੱਕ ਕਹਿ ਲਓ ਪ੍ਰਪੋਜ਼ਲ ਆ, ਉਹ ਇਹ ਹੈ, the act has reduced the mandatory requirement of 11-year aggregate stay in India, because ਇਸ ਤੋਂ ਪਹਿਲਾਂ ਜੇ ਕਿਸੇ ਨੂੰ ਇੰਡੀਅਨ ਨਾਗਰਿਕਤਾ ਲੈਣੀ ਆ ਤਾਂ ਉਹਨੂੰ ਐਟ ਲੀਸਟ 11 ਸਾਲ ਇੰਡੀਆ ਦੇ ਵਿੱਚ ਰਹਿਣਾ ਪਊ, ਫਿਰ ਉਹਦੇ ਬਾਅਦ ਉਹ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ, ਬਟ ਹੁਣ ਇਹਨੂੰ 11 ਸਾਲਾਂ ਤੋਂ ਘਟਾ ਕੇ 5 ਸਾਲ ਕਰਤਾ। ਠੀਕ ਹੈ ਜੀ, ਇਸ ਕਾਨੂੰਨ ਦੇ ਅੰਡਰ ਡੈਡਲਾਈਨ ਫॉर देयर ਐਂਟਰੀ ਮਤਲਬ 31 ਦਸੰਬਰ 2014 ਤੋਂ ਪਹਿਲਾਂ ਇੰਡੀਆ 'ਚ ਉਹ ਐਂਟਰ ਹੋਏ ਹੋਣੇ ਚਾਹੀਦੇ ਨੇ। Although the act is yet to come into force as the rules that govern the law are yet to be notified, ਇਹ ਜੋ ਕਾਨੂੰਨ ਆ ਇਹ ਇੰਪਲੀਮੈਂਟ ਨਹੀਂ ਹੋਇਆ, ਬਟ ਜੋ 2015 ਦੇ ਵਿੱਚ ਗਵਰਨਮੈਂਟ ਨੇ ਸਿਟੀਜ਼ਨਸ਼ਿਪ ਦੇ ਰੂਲਸ ਨੂੰ ਚੇਂਜ ਕੀਤਾ ਸੀ, ਉਹਨਾਂ ਦੇ ਤਹਿਤ ਜੋ ਨਵਾਂ ਪੋਰਟਲ ਦੇ ਵਿੱਚ ਚੇਂਜ ਕਰਨੀ ਆ ਉਹ ਉਹਨਾਂ ਰੂਲਸ ਦੇ ਤਹਿਤ ਪ੍ਰਪੋਜ਼ ਕੀਤੀ ਗਈ ਆ। ਧਿਆਨ ਰੱਖਿਓ ਇਹ ਕਾਨੂੰਨ ਵਾਲੇ ਲਾਗੂ ਨਹੀਂ ਹੋਇਆ। ਤੇ ਹੁਣ ਅਸੀਂ ਸਾਰੇ ਕੁਐਸਚਨ ਦੀ ਗੱਲ ਕਰਦੇ ਹਾਂ। ਸਿਟੀਜ਼ਨਸ਼ਿਪ ਐਕਟ amended 6 times including 2019। ਠੀਕ ਹੈ ਜੀ, ਠੀਕ ਹੈ। ਜੋ ਸਾਡਾ 2 ਬੱਚਿਆਂ ਨੇ ਆਨਸਰ ਕੀਤਾ ਜੀ, ਇਹਦਾ ਦੋਨੋਂ ਬੱਚੇ ਕਹਿ ਰਹੇ ਨੇ A 1, 3 and 4। ਪਹਿਲੀ ਆਪਸ਼ਨ ਠੀਕ ਹੈ ਜੀ, ਪਾਰਟ 2 ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਡੀਲਸ ਵਿਦ ਪ੍ਰੋਵੀਜ਼ਨਸ ਆਫ ਸਿਟੀਜ਼ਨਸ਼ਿਪ। ਠੀਕ ਹੈ। ਸੈਕੰਡ ਸਟੇਟਮੈਂਟ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਇਹ ਗਲਤ ਹੈ ਜੀ, ਸ਼੍ਰੀਲੰਕਾ ਨਹੀਂ ਹੈ, ਬਾਕੀ ਇਹਦੇ 'ਚ ਠੀਕ ਹੈ। श्रीलंका नहीं है जी, पाकिस्तान, बांग्लादेश एंड अफगानिस्तान। ठीक है जी, श्रीलंका ये नहीं है, तो सैकेंड स्टेटमेंट साडा गलत हो जाता। थर्ड स्टेटमेंट की है जी, फंडामेंटल राइट्स प्रोवाइडेड अंडर आर्टिकल 15, 16, 19 एंड कल्चरल एंड एजुकेशनल राइट्स आर अवेलेबल ओनली टू इंडियन सिटीजन्स। ठीक है जी।
फोर्थ ऑप्शन है जी कॉन्स्टिट्यूशन ऑफ इंडिया प्रोवाइड्स 5 मैथड्स। ये स्टेटमेंट गलत है जी, ਇਹਦਾ आंसर है 1 एंड 3। गलत क्यों है? बिकॉज कॉन्स्टिट्यूशन ये प्रोवाइड नहीं करता, साडा संविधान ये प्रोवाइड नहीं करता। साडा कॉन्स्टिट्यूशन साडा संविधान सिर्फ पार्लीमेंट ਨੂੰ ਇੰਪਾਵਰ करता है कि ਤੁਸੀਂ सिटीजनशिप ਦੇ ਲਈ रूल्स एंड रेगूलेशनस फ्रेम करने ने। ਤੇ ਜਿਹੜੀਆਂ ਇਹ 5 ਗਰਾਊਂਡਸ ਨੇ ਜਾਂ 5 ਮੈਥਡਸ ਨੇ, ਇਹ ਸਿਟੀਜ਼ਨਸ਼ਿਪ ਐਕਟ ਹੈ, ਉਹਦੇ ਤਹਿਤ ਸਿਟੀਜ਼ਨਸ਼ਿਪ ਐਕਟ 1955 ਉਸ ਐਕਟ ਦੇ ਅੰਡਰ 5 ਮੈਥਡਸ ਪ੍ਰੋਵਾਈਡਡ ਨੇ ਜੀ। ਬਾਈ ਬਰਥ, ਬਾਈ ਡਿਸੈਂਟ, ਬਾਈ ਰਜਿਸਟ੍ਰੇਸ਼ਨ, ਬਾਈ ਨੈਚੁਰਲਾਈਜੇਸ਼ਨ, ਬਾਈ ਇਨਕੋਰਪੋਰੇਸ਼ਨ ਆਫ ਟੈਰੀਟਰੀ। ਜਾਂ ਅਸੀਂ ਕਹਿ ਸਕਦੇ ਹਾਂ ਜਨਮ ਦੁਆਰਾ, ਵੰਸ਼ ਦੁਆਰਾ, ਰਜਿਸਟ੍ਰੇਸ਼ਨ ਦੁਆਰਾ, ਨੈਚੁਰਲਾਈਜੇਸ਼ਨ ਦੁਆਰਾ ਤੇ ਖੇਤਰ ਨੂੰ ਸ਼ਾਮਿਲ ਕਰਕੇ। ਸੋ ਧਿਆਨ ਰੱਖਿਓ ਕੌਨਸਟੀਟਿਊਸ਼ਨ ਨਹੀਂ ਪ੍ਰੋਵਾਈਡ ਕਰਦਾ ਇਹ। ਕੌਨਸਟੀਟਿਊਸ਼ਨ ਦਾ ਜਿਹੜੇ ਆਰਟੀਕਲ ਨੇ 5 ਤੋਂ ਲੈ ਕੇ 11 ਤੱਕ, ਉਹ ਆਰਟੀਕਲਸ, ਉਹਨਾਂ ਚੋਂ ਕਿਸੇ ਵੀ ਆਰਟੀਕਲ ਦੇ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਮਿਲੂਗੀ ਕਿਹੜੇ-ਕਿਹੜੇ ਗਰਾਊਂਡਸ ਨੇ ਜਿਨ੍ਹਾਂ ਦੇ ਉੱਪਰ ਇੰਡੀਅਨ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਹੈ, ਜਾਂ ਕਿਹੜੇ-ਕਿਹੜੇ ਗਰਾਊਂਡਸ ਨੇ ਜਿਨ੍ਹਾਂ ਦੇ ਉੱਪਰ ਇੰਡੀਅਨ ਸਿਟੀਜ਼ਨਸ਼ਿਪ ਨੂੰ ਖਤਮ ਕੀਤਾ ਜਾ ਸਕਦਾ ਕਿਸੇ ਪਰਟੀਕੂਲਰ ਪਰਸਨ ਦੇ ਕੰਸਰਨ ਦੇ ਵਿੱਚ, ਠੀਕ ਹੈ ਜੀ, ਦੇ ਕੰਟੈਕਸਟ ਦੇ ਵਿੱਚ। ਉਹ ਸਿਰਫ ਪਾਰਲੀਮੈਂਟ ਨੂੰ ਇੰਪਾਵਰ ਕਰਦਾ, ਤੇ ਪਾਰਲੀਮੈਂਟ ਨੇ ਸਿਟੀਜ਼ਨਸ਼ਿਪ ਐਕਟ ਬਣਾਇਆ 1955 ਚ, ਉਹਨੂੰ ਬਾਅਦ ਚੋਂ ਕਈ ਵਾਰੀ ਅਮੈਂਡ ਕੀਤਾ ਜਾ ਚੁੱਕਿਆ। ਤੇ ਉਸ ਐਕਟ, ਉਸ ਕਾਨੂੰਨ ਦੇ ਅੰਡਰ ਇਹ 5 ਗਰਾਊਂਡਸ ਮੈਂਸ਼ਨ ਨੇ। ਜੇ ਇੱਥੇ ਲਿਖਿਆ ਹੁੰਦਾ ਪਾਰਲੀਮੈਂਟ ਆਫ ਇੰਡੀਆ ਪ੍ਰੋਵਾਈਡਸ ਤਾਂ ਉਹ ਠੀਕ ਹੋ ਜਾਣਾ ਸੀ, ਕਿਉਂਕਿ ਪਾਰਲੀਮੈਂਟ ਨੇ ਪ੍ਰੋਵਾਈਡ ਕੀਤਾ, ਬਟ ਕੌਨਸਟੀਟਿਊਸ਼ਨ ਇਹ ਚੀਜ਼ ਪ੍ਰੋਵਾਈਡ ਨਹੀਂ ਕਰਦਾ, ਠੀਕ ਹੈ ਜੀ। ਸਿਟੀਜ਼ਨਸ਼ਿਪ ਐਕਟ ਪ੍ਰੋਵਾਈਡ ਕਰਦਾ। ਸੋ ਫੋਰਥ ਸਟੇਟਮੈਂਟ ਗਲਤ ਹੋ ਜਾਂਦੀ ਹੈ। ਆਨਸਰ ਹੈ ਸਾਡਾ B 1 ਐਂਡ 3 ਓਨਲੀ। ਸਾਡਾ ਜੋ ਨੈਕਸਟ ਟੌਪਿਕ ਹੈ ਜੀ ਦੈਟ ਇਜ਼ ਜ਼ੋਨਲ ਕਾਉਂਸਲਸ, ਵੈਰੀ ਇੰਪੋਰਟੈਂਟ। ਤੇ ਆਹ ਕੁਐਸਚਨ UPSC ਚ ਪੁੱਛਿਆ ਗਿਆ ਸੀ। क्वेश्चन है जी विच ऑफ द फॉलोइंग स्टेटमेंट इज और आर करेक्ट अबाउट जोनल काउंसिल्स। जोनल काउंसिल्स बारे केड़ी स्टेटमेंट ठीक है? फर्स्ट ऑप्शन इज जोनल काउंसिल्स आर कॉन्स्टिट्यूशनल बॉडीज। सेकंड, द काउंसिल्स आर चेयर्ड बाय द होम मिनिस्टर ऑफ इंडिया। थर्ड, बोथ स्टेटमेंट्स आर करेक्ट। एंड फोर्थ, बोथ स्टेटमेंट्स आर रॉन्ग। तुसीं आंसर करना की है जी इहदा। हाँ जी, हाँ जी, आर्टिकल 11 इंपावर्स द पार्लीमेंट। तो वो जो 5 ग्राउंड ने, 5 मैथड ने, वो पार्लीमेंटरी एक्ट प्रोवाइड करता, ना कि साडा कॉन्स्टिट्यूशन, ठीक है, वो ध्यान च रखियो। यूनल काउंसिल्स बारे क्वेश्चन है, सिंपल क्वेश्चन है, तो इनू आंसर करो। फिर आप गल करते हैं न्यूज़ क्यों है जी। वाई इज न्यूज़? रिसेंटली प्राइम मिनिस्टर ऑफ इंडिया हैज़ एड्रेस्ड द गोल्डन जुबली सेलिब्रेशन ऑफ नॉर्थ ईस्टर्न काउंसिल इन शिलोंग। रिसेंटली जो नॉर्थ ईस्टर्न काउंसिल है वो गोल्डन जुबली सैलीब्रेट की गई है, जिन्होंने रिसेंटली प्राइम मिनिस्टर मोदी ने एड्रैस किया। वो सैलीब्रेशनस कित्थे हुई सी? शिलोंग दे विच। ते तुसीं दसना शिलोंग किहड़ी स्टेट दा, किहड़ी इंडियन स्टेट दी कैपिटल है जी? शिलोंग। ते कल मैं तुहानूं इंफाल पुछया सी, वो किसी बच्चे ने आंसर नहीं किया। अज मैं दोबारा पूछ रहा कि दसो इंफाल किहड़ी स्टेट इंडियन, किहड़ी इंडियन स्टेट नूं बिलोंग करदा इंफाल? तो शिलोंग भी दसो। फिर व्हाट इज नॉर्थ ईस्टर्न काउंसिल? नॉर्थ ईस्टर्न काउंसिल की है? इट इज़ द नोडल एजेंसी फॉर इकनॉमिक एंड सोशल डेवलपमेंट ऑफ नॉर्थ ईस्टर्न रीजन कंप्राइजिंग 8 स्टेट्स। जो साडा नॉर्थ ईस्ट रीजन आ उहदे विच 8 स्टेट्स ने, ते उन्हां स्टेट्स दी इकनॉमिक सोशो इकनॉमिक डिवेलपमेंट दे लई एक मेन बॉडी बनी हुई है, जिन्होंने असीं कहने नॉर्थ ईस्टर्न काउंसिल। that was established in 1971, established की गई थी, and formally inaugurated in 1972, ठीक है जी, जिहदे करके उन्हां दे 50 साल कंप्लीट हो चुके ने 2022 दे विच, तां इह न्यूज़ दे विच सी। ते फिर असीं गल करदे हां जी यूनल काउंसिल्स दी। यूनल काउंसिल्स जो टॉपिक सी की है यूनल काउंसिल्स? शिलोंग मेघालय, ठीक है जी, शिलोंग इज इन मेघालय। ते इंफाल भी दसो, इंफाल कित्थे है? यूनल काउंसिल्स आर स्टैट्यूटरी बॉडीज, वेरी इंपॉर्टेंट, ध्यान रखियो। जिहड़ियां यूनल काउंसिल्स ने ये स्टैट्यूटरी बॉडीज ने जी, established under States Reorganization Act 1956, वेरी इंपॉर्टेंट। ये भी पूछा जा सकता कि यूनल काउंसिल्स किहड़े एक्ट दे, किहड़े कानून दे तहत बने ने जी? यूनल काउंसिल्स वर established under States Reorganization Act 1956. This act has divided the country into 5 zones: नदਰਨ जोन, सदਰਨ, ईस्टਰਨ, वैसटਰਨ ਤੇ ਸੈਂਟਰਲ। ਇਹ 5 ਜ਼ੋਨਸ ਦੇ ਵਿੱਚ ਕੰਟਰੀ ਨੂੰ ਡਿਵਾਈਡ ਕੀਤਾ, ਤੇ 5 ਜ਼ੋਨਸ ਦੀਆਂ ਆਪੋ ਆਪਣੀਆਂ ਅਲੱਗ ਯੂਨਲ ਕਾਉਂਸਲਸ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਨਦਰਨ ਯੂਨਲ ਕਾਉਂਸਲ,
ईस्टर्न जोनल काउंसिल, वैसटर्न जोनल काउंसिल, सदਰਨ एंड सेंट्रल जोनल काउंसिल्स, ठीक है जी। दैन कंपोजिशन ऑफ द काउंसिल्स, ये काउंसिल्स ने इन्हां दी कंपोजिशन की है जी। द चेयरपर्सन, जे आप गल करिए, द चेयरपर्सन ऑफ द काउंसिल्स इज द होम मिनिस्टर ऑफ द यूनियन होम मिनिस्टर। जिहड़ा इंडिया का होम मिनिस्टर हुंदा वो एक्ट करता एज चेयरपर्सन ऑफ ऑल द 5 यूनल काउंसिल्स। दैन मैंबरस की गल करिए तो चीफ मिनिस्टर्स, ਜਿਹੜੀ ਵੀ ਜ਼ੋਨ ਦੇ ਵਿੱਚ, ਜਿਵੇਂ ਆਪਾਂ ਨਦਰਨ ਜ਼ੋਨ ਦੀ ਗੱਲ ਕਰੀਏ, ਉਹਦੇ 'ਚ ਜਿਹੜੀਆਂ ਸਟੇਟਸ ਆਉਂਦੀਆਂ ਨੇ ਉਹਨਾਂ ਸਟੇਟਸ ਦੇ ਜਿਹੜੇ ਚੀਫ ਮਿਨਿਸਟਰਸ ਨੇ ਉਹ ਐਕਟ ਕਰਦੇ ਨੇ ਇਹਦੇ ਮੈਂਬਰ। ਦੈਨ 2 ਅਦਰ ਮਿਨਿਸਟਰਸ ਫਰੋਮ ਈਚ ਸਟੇਟ, ਹਰ ਇੱਕ ਸਟੇਟ ਦੇ 2 ਹੋਰ ਮੈਂਬਰ, ਉਹ ਕੋਈ ਵੀ ਮੈਂਬਰ ਹੋ ਸਕਦੇ ਨੇ, ਉਹ ਚਾਹੇ ਮਿਨਿਸਟਰ ਹੋਣ ਜਾਂ 2 ਹੋਰ ਮਿਨਿਸਟਰ ਹੋ ਸਕਦੇ ਨੇ, ਕੋਈ ਵੀ ਪੋਰਟਫੋਲੀਓ ਉਹਨਾਂ ਕੋਲ ਹੋ ਸਕਦਾ, ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਐਜ਼ ਮੈਂਬਰਸ ਆਫ ਦ ਜੋਨਲ ਕਾਊਂਸਿਲਸ। ਦੈਨ ਐਡਮਿਨਿਸਟ੍ਰੇਟਰ ਆਫ ਈਚ ਯੂਨੀਅਨ ਟੈਰੀਟਰੀ ਇਨ ਦ ਜ਼ੋਨ, ਜਿਵੇਂ ਆਪਾਂ ਨਦਰਨ ਜ਼ੋਨ ਦੀ ਗੱਲ ਕਰ ਲਈਏ, ਪੰਜਾਬ ਨਦਰਨ ਜ਼ੋਨ ਦਾ ਪਾਰਟ ਆ, ਚੰਡੀਗੜ੍ਹ ਯੂਨੀਅਨ ਟੈਰੀਟਰੀ ਵੀ ਨਦਰਨ ਜ਼ੋਨ ਦੀ ਪਾਰਟ ਆ। ਪੰਜਾਬ ਦਾ ਸੀਐਮ ਪਲੱਸ ਜੋ ਸਾਡਾ ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ ਆ, ਉੱਥੋਂ ਦਾ ਜੋ ਐਡਮਿਨਿਸਟ੍ਰੇਟਰ ਹੋਊ, ਜਿਹਨੂੰ ਅਸੀਂ ਗਵਰਨਰ ਕਹਿ ਦਿੰਦੇ ਹਾਂ ਜਾਂ ਲੈਫਟੀਨੈਂਟ ਗਵਰਨਰ, ਲਿਊਟੀਨੈਂਟ ਗਵਰਨਰ ਕਹਿ ਦਿੰਦੇ ਹਾਂ। ਸੋ ਉਹ ਜਿਹੜਾ ਗਵਰਨਰ ਹੋਊਗਾ ਉਹਨੂੰ ਅਸੀਂ ਚੰਡੀਗੜ੍ਹ ਦੇ ਗਵਰਨਰ ਨੂੰ ਐਡਮਿਨਿਸਟ੍ਰੇਟਰ ਹੀ ਕਹਿੰਦੇ ਹਾਂ ਅਸੀਂ, ਠੀਕ ਹੈ ਜੀ। ਲੈਫਟੀਨੈਂਟ ਗਵਰਨਰ ਅਸੀਂ ਕਹਿੰਦੇ ਹਾਂ ਦਿੱਲੀ ਦੇ ਗਵਰਨਰ ਨੂੰ, ਤੇ ਮਤਲਬ ਉੱਥੋਂ ਦਾ ਐਡਮਿਨਿਸਟ੍ਰੇਟਰ ਵੀ ਉਸ ਜੋਨਲ ਕਾਊਂਸਿਲ ਦਾ ਪਾਰਟ ਹੋਊ, ਉਸ ਜੋਨਲ ਕਾਊਂਸਿਲ ਦਾ ਮੈਂਬਰ ਹੋਊ। ਚੇਅਰਪਰਸਨ ਦੀ ਅਸੀਂ ਗੱਲ ਕਰ ਲਈ ਕਿ ਯੂਨੀਅਨ ਹੋਮ ਮਿਨਿਸਟਰ ਐਕਟ ਕਰਦਾ ਐਜ਼ ਚੇਅਰਪਰਸਨ। ਦੈਨ ਈਚ ਚੀਫ ਮਿਨਿਸਟਰ ਐਕਟਸ ਐਜ਼ ਵਾਈਸ ਚੇਅਰਪਰਸਨ ਔਰ ਵਾਈਸ ਚੇਅਰਮੈਨ, ਠੀਕ ਹੈ ਜੀ, ਆਫ ਦਾ ਕਾਊਂਸਿਲ ਫॉर 1 ईयर ਔਨ ਰੋਟੇਸ਼ਨਲ ਬੇਸਿਸ। 1 ਸਾਲ, ਜਿਵੇਂ ਜੇ ਆਪਾਂ ਨਦਰਨ ਜੋਨਲ ਕਾਊਂਸਿਲ ਦੀ ਗੱਲ ਕਰ ਲਈਏ, ਉਹਦੇ 'ਚ ਜਿਹੜੀਆਂ ਸਟੇਟਸ ਆਉਂਦੀਆਂ ਨੇ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਹੋਣਗੇ ਉਹ ਐਕਟ ਕਰਨਗੇ ਐਜ਼ ਵਾਈਸ ਚੇਅਰਮੈਨ ਔਰ ਵਾਈਸ ਚੇਅਰਪਰਸਨ ਆਫ ਦ ਕਾਊਂਸਿਲ ਈਚ ਫॉर 1 ईयर ਔਨ ਰੋਟੇਸ਼ਨਲ ਬੇਸਿਸ। ਜਿਵੇਂ ਆਹ ਸਾਡਾ ਜੋ ਨਦਰਨ ਜੋਨਲ ਕਾਊਂਸਿਲ ਹੈਗੀ, ਜੰਮੂ ਕਸ਼ਮੀਰ ਆ ਗਿਆ, ਪੰਜਾਬ, ਹਰਿਆਣਾ, ਰਾਜਸਥਾਨ, ਇਹਨਾਂ ਦੇ ਜਿਹੜੇ ਮੁੱਖ ਮੰਤਰੀ, ਜਿਹੜੇ ਮਿਨਿਸਟਰਸ ਨੇ ਇੱਥੋਂ ਦੇ, ਉਹ ਇਹਦੇ ਪਾਰਟਿਸਪੈਂਟ ਹੋਣਗੇ। ਦੈਨ ਸੈਂਟਰਲ ਕਾਊਂਸਿਲ ਹੋ ਗਈ, ਦੈਨ ਈਸਟਰਨ, ਸਦਰਨ ਤੇ ਵੈਸਟਰਨ, ਠੀਕ ਹੈ ਜੀ। ਤੇ ਫਿਰ ਅਸੀਂ ਗੱਲ ਕਰਦੇ ਹਾਂ ਜੀ ਏਮ ਆਫ ਦਾ ਕਾਊਂਸਿਲਸ। ਇਹਨਾਂ ਕਾਊਂਸਿਲਸ ਦਾ ਕੰਮ ਕੀ ਆ, ਕਿਉਂ ਬਣਾਈਆਂ ਗਈਆਂ ਨੇ। ਜਿਵੇਂ ਤੁਹਾਨੂੰ ਦੱਸਿਆ ਨਾਰਥ ਈਸਟਰਨ ਕਾਊਂਸਿਲ ਦੀ ਗੱਲ ਕੀਤੀ ਸੀ, ਸੋਸ਼ੀਓ ਇਕਨੋਮਿਕ ਡਿਵੈਲਪਮੈਂਟ ਵਾਸਤੇ ਉਹਨਾਂ ਵਾਸਤੇ ਬਣੀਆਂ। ਉਸੇ ਤਰ੍ਹਾਂ ਜਿੰਨੀਆਂ ਵੀ ਜੋਨਲ ਕਾਊਂਸਿਲਸ ਨੇ ਉਹਨਾਂ ਦਾ ਕੰਮ ਹੈ ਸਟੇਟਸ ਦੇ ਵਿੱਚ ਕਹਿ ਲਓ ਕੋਆਰਡੀਨੇਸ਼ਨ, ਕੋਆਪਰੇਸ਼ਨ ਨੂੰ ਵਧਾਉਣਾ, ਪਲੱਸ ਸੈਂਟਰ ਸਟੇਟ ਰਿਲੇਸ਼ਨਸ ਨੂੰ ਸਟਰੋਂਗ ਕਰਨਾ। ਤੇ ਜੋ ਵੀ ਇਸ਼ੂਜ਼ ਨੇ, ਚਾਹੇ ਸੋਸ਼ੀਓ ਇਕਨੋਮਿਕ ਡਿਵੈਲਪਮੈਂਟ ਆ, ਚਾਹੇ ਕੋਈ ਹੋਰ ਐਡਮਿਨਿਸਟ੍ਰੇਟਿਵ ਪਰਪਸ ਦੇ ਲਈ ਕੋਈ ਮੁੱਦਾ ਹੈ, ਜਾਂ ਕੋਈ ਹੋਰ ਕੋਈ ਵੀ ਇਸ਼ੂ ਹੈ ਉਸ ਏਰੀਆ ਨੂੰ, ਉਸ ਏਰੀਆ ਦੇ ਕੰਟੈਕਸਟ ਦੇ ਵਿੱਚ ਉਹਨਾਂ ਮੁੱਦਿਆਂ ਦੇ ਉੱਪਰ ਡਿਸਕਸ਼ਨ ਕਰਨੀ ਤੇ ਵਧੀਆ ਲੌਂਗ ਟਰਮ ਸਸਟੇਨੇਬਲ ਸੋਲਿਊਸ਼ਨਸ ਪ੍ਰਪੋਜ਼ ਕਰਨੇ, ਠੀਕ ਹੈ ਜੀ। ਏਮ ਆਫ ਦ ਕਾਊਂਸਿਲਸ ਇਜ਼ ਟੂ ਪ੍ਰਮੋਟ ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ ਬਿਟਵੀਨ ਸਟੇਟਸ, union territories and the center on matters like economic and social planning, then linguistic minorities ਦਾ ਕੋਈ ਮੁੱਦਾ ਹੋਵੇ, then border disputes ਹੋਵੇ, interstate transport ਹੈ, interstate water disputes ਨੇ, ਉਹਨਾਂ ਦੇ ਉੱਪਰ ਕੋਈ ਵੀ ਇਦਾਂ ਦੇ ਮੁੱਦੇ ਨੇ ਉਹਨਾਂ ਦੇ ਉੱਪਰ ਡਿਸਕਸ਼ਨ ਕਰਨ ਦੇ ਲਈ ਇਹ ਕਾਊਂਸਿਲਸ ਬਣੀਆਂ ਨੇ। ਫਿਰ ਅਸੀਂ ਗੱਲ ਕਰਦੇ ਹਾਂ ਜੀ ਨਾਰਥ ਈਸਟਰਨ ਕਾਊਂਸਿਲ ਦੀ। ਜਿਵੇਂ ਤੁਹਾਨੂੰ ਦੱਸਿਆ ਕਿ 5 ਤਾਂ ਉਹ ਜੋਨਲ ਕਾਊਂਸਿਲਸ ਹੋ ਗਈਆਂ, ਪਲੱਸ ਅਸੀਂ ਨਾਰਥ ਈਸਟਰਨ ਕਾਊਂਸਿਲ ਦੀ ਗੱਲ ਕੀਤੀ ਹੈ। ਬਟ ਜਦੋਂ ਅਸੀਂ ਸਟੇਟਸ ਰੀਆਰਗਨਾਈਜੇਸ਼ਨ ਐਕਟ 1956 ਦੀ ਗੱਲ ਕਰਦੇ ਹਾਂ, ਉਹਦੇ ਅੰਡਰ ਸਿਰਫ 5 ਜੋਨਲ ਕਾਊਂਸਿਲਸ ਨੇ, ਸਦਰਨ, ਨਦਰਨ, ਈਸਟਰਨ, ਵੈਸਟਰਨ ਤੇ ਸੈਂਟਰਲ। ਤੇ ਨਾਰਥ ਈਸਟਰਨ ਜੋਨਲ ਕਾਊਂਸਿਲ ਜਾਂ ਨਾਰਥ ਈਸਟਰਨ ਕਾਊਂਸਿਲ ਕਿੱਥੇ ਹੈ, ਉਹ ਕਿਵੇਂ ਬਣੀ? In addition to the above zonal councils, the North Eastern Council was created by a separate act of parliament. ਇਹਦੇ ਲਈ ਪਾਰਲੀਮੈਂਟ ਨੇ ਇੱਕ ਅਲੱਗ ਤੋਂ ਕਾਨੂੰਨ ਪਾਸ ਕੀਤਾ। ਕਾਨੂੰਨ ਦਾ ਨਾਮ ਹੈ ਜੀ ਨਾਰਥ ਈਸਟਰਨ ਕਾਊਂਸਿਲ ਐਕਟ ਆਫ 1971, ਠੀਕ ਹੈ ਜੀ। 1971 'ਚ ਕਾਨੂੰਨ ਪਾਸ ਕੀਤਾ ਗਿਆ, ਜਿਹਦੇ ਅੰਡਰ ਜੋ ਸਾਡੀਆਂ ਉਸ ਤੋਂ ਪਹਿਲਾਂ 5 ਜੋਨਲ ਕਾਊਂਸਿਲਸ ਐਗਜ਼ਿਸਟ ਕਰ ਰਹੀਆਂ ਸੀ, ਉਹਨਾਂ ਦੇ ਨਾਲ ਇੱਕ ਹੋਰ ਐਡੀਸ਼ਨਲ ਕਾਊਂਸਿਲ ਲਿਆਂਦੀ, that is called North Eastern Council, ਜਿਹਦੇ 2022 ਦੇ ਵਿੱਚ 50 ਸਾਲ ਕੰਪਲੀਟ ਹੋਏ ਨੇ। ਤੇ ਜਿਸ ਕਰਕੇ ਨਿਊਜ਼ ਨੂੰ ਅਸੀਂ ਪੜ੍ਹ ਰਹੇ ਹਾਂ, ਸਾਡੇ ਲਈ ਇੰਪੋਰਟੈਂਟ ਹੈ। ਯੂਨੀਅਨ ਹੋਮ ਮਿਨਿਸਟਰ ਐਕਟਸ ਐਜ਼ ਦ ਚੇਅਰਪਰਸਨ ਆਫ ਨਾਰਥ ਈਸਟਰਨ ਕਾਊਂਸਿਲ ਐਜ਼ ਵੈਲ, ਠੀਕ ਹੈ ਜੀ। ਨਾਰਥ ਈਸਟਰਨ ਕਾਊਂਸਿਲ ਦਾ ਚੇਅਰਪਰਸਨ ਵੀ ਯੂਨੀਅਨ ਹੋਮ ਮਿਨਿਸਟਰ ਹੀ ਐਕਟ ਕਰਦਾ ਹੈ, ਵੈਰੀ ਇੰਪੋਰਟੈਂਟ। ਸੋ ਜਿਹੜੀਆਂ ਸਾਡੀਆਂ 6 ਕਾਊਂਸਿਲਸ ਨੇ, 6 ਦੀਆਂ 6, ਜਿਨ੍ਹਾਂ ਚੋਂ 5 ਨੂੰ ਅਸੀਂ ਜੋਨਲ ਕਾਊਂਸਿਲਸ ਦੇ ਨਾਮ ਤੋਂ ਜਾਣਦੇ ਹਾਂ, 6th ਨੂੰ ਅਸੀਂ ਨਾਰਥ ਈਸਟਰਨ ਕਾਊਂਸਿਲ ਕਹਿੰਦੇ ਹਾਂ। ਆਲ ਦਾ 6 ਆਰ ਸਟੈਚੂਟਰੀ ਬੋਡੀਜ਼, these are not constitutional bodies, ਠੀਕ ਹੈ ਜੀ, ਧਿਆਨ ਰੱਖਿਓ। then the chairperson of all these 6
ऑफ ऑल दी 6 बॉडीज और काउंसिल्स इज यूनियन होम मिनिस्टर। वेरी इंपॉर्टेंट। तो काम इन्हां दे सेम ही ने सारे। फिर आप क्वेश्चन की गल कर लीए जी, जिहड़ा क्वेश्चन पूछा सी। हाँ जी हाँ जी, जय हिंद जी, जय हिंद। तुसीं लेट हो जाते हो तो 2 दिन क्वेश्चन निकल चुके हैं, तुसीं मिस कर गए उन्होंने। वैसे तो एक बच्चे ने आंसर किया 1 ओनली, वो भी गलत हो गया जी। दीज आर नॉट कॉन्स्टिट्यूशनल बॉडीज, दीज आर स्टैट्यूटरी बॉडीज। जिवें तुहानूं दस्सिया कि पार्लीमेंटरी एक्ट के अंडर बनिया ने, ठीक है जी। देन काउंसिल्स आर चेयर्ड बाय होम मिनिस्टर ऑफ इंडिया। वेरी इंपॉर्टेंट। मैनूं लग रहा तुसीं जिहड़े बच्चे ने आंसर किया ना, वो यूनल काउंसिल्स नूं इंटर स्टेट काउंसिल दे नाल कन्फ्यूज कर गया। आप इंटर स्टेट काउंसिल की गल भी कर लैंदे आ, ये तो गल सी यूनल काउंसिल्स की। फिर आप गल करते हैं जी जो साडियां इंटर स्टेट काउंसिल है, इंटर स्टेट काउंसिल एक स्टैट्यूटरी बॉडी है, ठीक है। ध्यान रखियो यूनल काउंसिल्स ते इंटर स्टेट काउंसिल दोनों अलग अलग ने। इंटर स्टेट काउंसिल कॉन्स्टिट्यूशनल बॉडी है, ठीक है जी। थोड़ा जिहा तुहानूं उहदे बारे दस देना। वैसे तो पॉलिटी दे विच डिटेल दे विच पढ़िया जाऊ जदों आपां पॉलिटी इंटर स्टेट काउंसिल ते यूनल काउंसिल्स, ये दोनों डिफरेंट बॉडीज ने। पहली गल, ठीक है जी। जे आप इन्हां दे स्टेटस की गल करिए, कॉन्स्टिट्यूशनल बॉडी है, ये साडियां स्टैट्यूटरी बॉडीज ने। ये बनती अंडर आर्टिकल 263, ठीक है जी। साडे संविधान का आर्टिकल 263 कहता इंटर स्टेट काउंसिल बनाने के लिए, जिहदे अंडर इंटर स्टेट काउंसिल बनती है, ठीक है जी। तो जिहड़ियां स्टैट्यूटरी बॉडीज ने बनदियां ने जी पार्लीमेंटरी एक्ट, जिवें इंटर स्टेट स्टेट्स रीऑर्गेनाइजेशन एक्ट, (1956) प्लस नॉर्थ ईस्टर्न काउंसिल एक्ट 1971, ठीक है जी। इन्हां दे अंडर बनती है। पहला पॉइंट हो गया। दूसरा पॉइंट आर्टिकल का हो गया जी। तीसरा पॉइंट ये आ जाता चेयरमैन का। चेयरपर्सन जो इंटर स्टेट काउंसिल है जी, इत्थे हुंदा प्राइम मिनिस्टर। तो जिहड़ियां साडियां यूनल काउंसिल्स ने, इत्थे चेयरपर्सन हुंदा जी होम मिनिस्टर, ठीक है जी। तो काम इन्हां दे सेम ही ने। काम जे आपां इंटर स्टेट काउंसिल की गल करिए तो सेंटर स्टेट सेंटर दे विच ते स्टेट्स दे विच रिलेशनस नूं स्ट्रोंग करना, उन्हां दे विच कह लो एक चैनल ऑफ डिस्कशन एक बनाउणा, ताकि लगातार अपने एक दूसरे दे नाल ओह है ना इन टच रहन, कोई भी इशूज़ ने मुद्दे ने उन्हां ते डिस्कशन की जा सके। तो ये परमानेंट बॉडी आ, ठीक है जी। इंटर स्टेट काउंसिल एक परमानेंट बॉडी है। तो इनू सरकारीया कमीशन, सरकारीया ने पुंची कमीशन, सरकारीया कमीशन, इन्होंने सरकारीया कमीशन ने रिकमेंड किया, उसकी रिकमेंडेशनस के उपर इंटर स्टेट काउंसिल बनाई गई है अंडर आर्टिकल 263। प्रेजिडेंट ने अपॉइंट किया, प्रेजिडेंट ने कॉन्स्टिट्यूट किया इनू। तो ये कोऑपरेटिव फैडरलिज्म की जो गल करते हैं, कोऑपरेटिव फैडरलिज्म मतलब सेंटर ते स्टेट दे विच वधिया इंगेजमेंट, वधिया रिलेशन, उन्होंने स्ट्रोंग करता कोऑपरेटिव फैडरलिज्म नूं। दोनों ही वैसे तो स्ट्रोंग करदियां ने। तो इन्ना क ध्यान रख लो, इंटर स्टेट काउंसिल कॉन्स्टिट्यूशनल बॉडी है, यूनल काउंसिल स्टैट्यूटरी बॉडीज ने। इंटर स्टेट काउंसिल का चेयरपर्सन प्राइम मिनिस्टर होंदा, तो यूनल काउंसिल्स का चेयरपर्सन होंदा होम मिनिस्टर, यूनीयन होम मिनिस्टर, ठीक है जी। तो हुण असीं साडा जो नैक्सट टॉपिक है उसकी गल करते हैं। उस तो पहला यूनल काउंसिल या नॉर्थ ईस्टर्न रीजन के नाल एक होर रिलेटेड न्यूज़ है जी, न्यूज़ है वेरी इंपॉर्टेंट। ये बहुत इंपॉर्टेंट आ, पूछी जा सकती है ये, बिकॉज रीसेंटली इनू लॉन्च किया गया PM डिवाइन।
प्राइम मिनिस्टर्स डेवलपमेंट इनीशिएटिव फॉर नॉर्थ ईस्टर्न रीजन। ਤੁਹਾਨੂੰ ਸਿੱਧਾ ਹੀ ਪੁੱਛਿਆ ਜਾ ਸਕਦਾ ਕਿ PM ਡਿਵਾਈਨ ਕੀ ਹੈ, ਕਿਉਂਕਿ ਫੁੱਲ ਫਾਰਮ ਤੋਂ ਤਾਂ ਪਤਾ ਲੱਗ ਹੀ ਜਾਣਾ ਸਾਨੂੰ ਕੀ ਹੈ PM ਡਿਵਾਈਨ, ਕਿਉਂਕਿ ਇਹਦਾ ਇੱਕ ਨੇਮ, ਇਹਨੂੰ PM ਡਿਵਾਈਨ ਇਹਨੂੰ ਨੇਮ ਦਿੱਤਾ ਗਿਆ, ਤਾਂ ਇਸ ਨੇਮ ਤੋਂ ਵੀ ਪੁੱਛੀ ਜਾ ਸਕਦੀ ਹੈ। ਨਾਰਥ ਈਸਟਰਨ ਰੀਜਨ ਦੀ ਡਿਵੈਲਪਮੈਂਟ ਵਾਸਤੇ ਸੈਂਟਰਲ ਗਵਰਨਮੈਂਟ ਦਾ ਇੱਕ ਇਨੀਸ਼ੀਏਟਿਵ ਹੈ ਜੀ। ਡਿਊਰੇਸ਼ਨ ਕਿੰਨੇ ਟਾਈਮ ਲਈ ਇਹਨੇ ਕੰਮ ਕਰਨਾ ਜੀ? of the initiative is from 2022-23 to 25-26, 2022-23 ਤੋਂ 25-26 ਤੱਕ ਮਤਲਬ ਚੱਲਣਾ ਇਹਨੇ, ਮਤਲਬ 4 ਸਾਲ ਦਾ ਪੀਰੀਅਡ ਹੈ। 4 ਸਾਲ ਇਸ ਸਕੀਮ ਨੂੰ, ਇਸ ਇਨੀਸ਼ੀਏਟਿਵ ਨੂੰ ਇੰਪਲੀਮੈਂਟ ਕੀਤਾ ਜਾਊ। and these are the remaining 4 years of 15th finance commission। ਜਿਹੜਾ ਸਾਡਾ 15ਵਾਂ ਵਿੱਤ ਕਮਿਸ਼ਨ ਜਿਹੜਾ ਲੱਗਿਆ ਹੋਇਆ ਸਾਡਾ ਫਾਈਨੈਂਸ ਕਮਿਸ਼ਨ, ਉਹਦੇ 4 ਸਾਲ ਉਹ 25-26 ਤੱਕ ਜਾ ਕੇ ਉਹਨੇ ਕੰਪਲੀਟ ਹੋ ਜਾਣਾ, ਉਹਦਾ ਟਾਈਮ ਪੀਰੀਅਡ ਹੈ ਜੋ 15th ਫਾਈਨੈਂਸ ਕਮਿਸ਼ਨ ਦਾ। ਉਹਦੇ ਲਾਸਟ ਵਾਲੇ 4 ਸਾਲ ਨੇ ਜਿਹੜੇ, ਉਹਨਾਂ 4 ਸਾਲਾਂ ਦੇ ਵਿੱਚ ਇਸ ਸਕੀਮ ਨੂੰ ਇੰਪਲੀਮੈਂਟ ਕੀਤਾ ਜਾਣਾ। ਤੇ ਤੁਹਾਡੇ ਲਈ ਕੁਐਸਚਨ ਇਹ ਹੈ ਕਿ 15th ਫਾਈਨੈਂਸ ਕਮਿਸ਼ਨ ਦਾ ਚੇਅਰਪਰਸਨ ਕੌਣ ਹੈ, ਉਹਦਾ ਨਾਮ ਦੱਸੋ ਜੀ, ਵੈਰੀ ਇੰਪੋਰਟੈਂਟ। ਹੂ ਇਜ਼ ਦ ਚੇਅਰਪਰਸਨ ਆਫ 15th ਫਾਈਨੈਂਸ ਕਮਿਸ਼ਨ? ਤੇ ਇਸ ਸਕੀਮ ਬਾਰੇ ਹੋਰ ਜੋ ਇੰਪੋਰਟੈਂਟ ਹੈ, ਦੈਟ ਇਜ਼ this initiative is central sector scheme। ਇਹ central sector scheme ਆ। central sector scheme ਦਾ ਮਤਲਬ ਹੁੰਦਾ 100% funded by the central government, ਠੀਕ ਹੈ ਜੀ। state governments ਤੋਂ ਕੋਈ ਇਹਦੇ 'ਚ ਪੈਸਾ ਨਹੀਂ ਲਿਆ ਜਾਊ, ਜਿੰਨਾ ਵੀ ਇਹਦਾ ਇੰਪਲੀਮੈਂਟੇਸ਼ਨ ਦਾ ਖਰਚਾ ਹੋਣਾ ਸਾਰਾ ਸੈਂਟਰਲ ਗਵਰਨਮੈਂਟ ਨੇ ਬੀਅਰ ਕਰਨਾ। that is why it is a central sector scheme and will be implemented by Ministry of Development for North Eastern Region। ਤੇ ਇਹਦੇ ਕੁਝ ਮੇਨ ਆਬਜੈਕਟਿਵਸ ਨੇ, ਕਿਹੜੇ ਆਬਜੈਕਟਿਵਸ ਨੇ ਜੀ? ਪਹਿਲਾਂ ਤਾਂ ਟੂ ਫੰਡ ਇਨਫਰਾਸਟਰਕਚਰ, then to support social development projects, then to enable livelihood activities for youth and women, then to fill the development gap। ਜਿਹੜਾ ਨਾਰਥ ਈਸਟਰਨ ਰੀਜਨ ਦਾ ਸਾਡੇ ਮੇਨ ਇੰਡੀਅਨ ਟੈਰੀਟਰੀ ਤੋਂ ਕੁਛ ਉਹਨੂੰ ਅਸੀਂ ਅਲੱਗ ਮੰਨ ਲੈਂਦੇ ਹਾਂ, ਉੱਥੇ ਡਿਵੈਲਪਮੈਂਟ ਵੀ ਘੱਟ ਹੋਈ ਹੈ ਕੰਪੈਰੇਟਿਵਲੀ ਟੂ ਅਦਰ ਸਟੇਟਸ ਔਰ ਅਦਰ ਪਾਰਟਸ ਆਫ ਇੰਡੀਆ। ਸੋ ਉਹਨਾਂ ਡਿਵੈਲਪਮੈਂਟਲ ਗੈਪਸ ਨੂੰ ਫਿਲ ਕੀਤਾ ਜਾਊ ਇਸ PM ਡਿਵਾਈਨ ਇਨੀਸ਼ੀਏਟਿਵ ਦੇ ਅੰਡਰ, ਠੀਕ ਹੈ ਜੀ। ठीक है जी। गुरकिरण जी, गुरु की फौज, सही आंसर कर रहे हैं जी। NK सिंह जो 15th फाइनेंस कमीशन है उन्होंने चेयरपर्सन ने जी NK सिंह। काउंसिल मीट ओनली 12 टाइम्स सिंस 1990। ठीक है जी, ठीक है जी। ये हो गया PM डिवाइन। ध्यान रखियो, बहुत इंपॉर्टेंट आ। जिन्ने ये बारे पॉइंट दसते, इन्हों तो ज़्यादा तुहानूं पढ़न की लोड़ नहीं है। जो कुछ PM डिवाइन बारे सानूं याद रखने की लोड़ है, सारा ये आ गया हो। सो ध्यान ना पढ़ लियो सारा, तो पूछा जा सकता इंपॉर्टेंट न्यूज़ है। दैन नैक्सट साडी जो न्यूज़ है जी अज की डिस्कशन की, वो है पंचप्रन और 5 वोज। तो ये रिलेटेड ही एक क्वेश्चन PPSC ने जो रिसेंटली नायब तहसीलदार का पेपर लिया सी उहदे च क्वेश्चन पूछा सी। क्वेश्चन की सी, मतलब डायरैक्टली ये नाल नहीं सी, बट इसे तरह का, इसे पैटर्न का एक क्वेश्चन सी। विच ऑफ द फॉलोइंग आर पार्ट ऑफ पंच अमृत? क्योंकि लास्ट ईयर गवर्नमेंट ऑफ इंडिया ने जो साडा क्लाइमेट चेंज नूं फाइट करने दे लई एक इनीशिएटिव कह लो, एक प्लान इन्होंने लॉन्च किया सी, उसका नाम सी पंच अमृत। उहदे अंडर कुछ इनीशिएटिव्स, कुछ स्टैप्स लेने सी गवर्नमेंट ऑफ इंडिया ने, उन्होंने कलैक्टिवली पंच अमृत कहा जाता सी। ते उसे चीज़ नूं PPSC ने नायब तहसीलदार के पेपर च पूछा सी। विच ऑफ द फॉलोइंग आर पार्ट ऑफ पंच अमृत एज डिक्लेयर्ड बाय इंडिया एट Conference of Parties 26। First option is to develop non-fossil fuel energy capacity up to 500 gigawatt and meet 50% of its energy requirements from renewable resources by 2030. Second, to reduce the total projected carbon emissions by 1 billion tons from now onwards till 2030। ठीक है जी। Then to reduce its carbon intensity by less than 45% by 2030, then to achieve the target of net zero emissions by 2070। इन्हां चों दसना सी भी किहड़ियां स्टेटमेंट्स करैक्ट ने जां किहड़ियां इन्हां चों जां सारियां ठीक ने जां कुछ ठीक ने, वो दसना सी। सो उसे तरह उसे लाइन ते गवर्नमेंट ने इस साल एक पंचप्रन 5 वोज लॉन्च किया। एक चलो एक उहदे च 5 टारगेट्स ने अचीव करने के लिए रखे ने। सो मैं तुहानूं ये क्वेश्चन तां लैके आया भी इदां दे क्वेश्चन पूछे जा सकते हैं, जे कोई इदां दी न्यूज़ है वो सानूं पढ़नी चाहिए है। ठीक है जी। हुण असीं पंचप्रन्स की गल कर लैंदे। वाई न्यूज़
In the 75th year of independence, Prime Minister Narendra Modi has laid out 5 goals to be achieved by 2047. 2047 ਤੱਕ ਜਦੋਂ ਭਾਰਤ ਨੂੰ ਆਜ਼ਾਦ ਹੋਏ 100 ਸਾਲ ਹੋ ਜਾਣਗੇ ਜੀ, ਉਦੋਂ ਤੱਕ ਇਹਨਾਂ 5 ਪ੍ਰਣ ਨੇ ਜਿਹੜੇ 5 ਪ੍ਰਨਸ ਇਹਨਾਂ ਨੂੰ ਅਚੀਵ ਕਰਨ ਦਾ ਟਾਰਗੇਟ ਰੱਖਿਆ ਗਿਆ। ਠੀਕ ਹੈ ਜੀ। ਤੇ ਇਹ ਜੋ ਸਮਾਂ ਨਾ ਇਹਨੂੰ ਅੰਮ੍ਰਿਤ ਕਾਲ ਕਿਹਾ ਜਾਂਦਾ, ਗਵਰਨਮੈਂਟ ਇਹਨੂੰ ਅੰਮ੍ਰਿਤ ਕਾਲ ਦਾ ਟਾਈਮ ਕਹਿੰਦੀ ਆ। ਤੇ ਇਸ ਅੰਮ੍ਰਿਤ ਕਾਲ ਦੇ ਦੌਰਾਨ ਅਸੀਂ ਇਹ 5 ਜੋ ਪ੍ਰਣ ਨੇ ਸਾਡੇ ਉਹਨਾਂ ਨੂੰ ਅਚੀਵ ਕਰਨਾ। ਕਿਹੜੇ ਨੇ? ਟੂ ਬਿਕਮ ਅ ਡਿਵੈਲਪਡ ਕੰਟਰੀ ਬਾਈ ਇਨ ਨੈਕਸਟ 25 ਈਅਰਸ, ਅਗਲੇ 25 ਸਾਲਾਂ 'ਚ ਅਸੀਂ ਡਿਵੈਲਪਡ ਕੰਟਰੀ ਬਣਨਾ। ਦੈਨ ਟੂ ਰਿਮੂਵ ਐਨੀ ਸਾਈਨ ਆਫ ਸਰਵਿਲਿਟੀ, ਦੈਨ ਟੂ ਹੈਵ ਪ੍ਰਾਈਡ ਇਨ ਹੈਰੀਟੇਜ, ਯੂਨਿਟੀ ਨੂੰ ਪ੍ਰਮੋਟ ਕਰਨਾ ਜੀ, ਦੈਨ ਫੁਲਫਿਲਿੰਗ ਆਰ ਡਿਊਟੀਜ਼। ਠੀਕ ਹੈ ਜੀ। ਇਹ 5 ਪ੍ਰਣ ਨੇ, ਧਿਆਨ ਰੱਖਿਓ, ਯਾਦ ਰੱਖਣੇ ਚਾਹੀਦਾ ਤੁਹਾਨੂੰ, ਪੇਪਰ 'ਚ ਪੁੱਛੇ ਜਾ ਸਕਦੇ ਨੇ। ਆਹ ਦੇਖੋ ਜਿਵੇਂ ਲਿਖਿਆ ਇੱਥੇ ਇਹਨਾਂ ਨੇ 5 ਪ੍ਰਣ ਆਫ ਅੰਮ੍ਰਿਤ ਕਾਲ। ਜਿਹੜਾ ਸਾਡਾ ਹੁਣ ਟਾਈਮ ਚੱਲ ਰਿਹਾ ਉਸ ਟਾਈਮ ਨੂੰ 2047 ਤੱਕ ਦਾ, 2022 ਤੋਂ ਲੈ ਕੇ 2047 ਤੱਕ ਦਾ ਜੋ ਟਾਈਮ ਆ ਉਸ ਟਾਈਮ ਨੂੰ ਗਵਰਨਮੈਂਟ ਆਫ ਇੰਡੀਆ ਅੰਮ੍ਰਿਤ ਕਾਲ ਕਹਿ ਰਹੀ ਆ। ਠੀਕ ਹੈ ਜੀ। ਫਸਟ ਹੋ ਗਿਆ ਡਿਵੈਲਪਡ ਕੰਟਰੀ, ਰਿਮੂਵ ਐਨੀ ਟ੍ਰੇਸ ਆਫ ਕੋਲੋਨੀਅਲ ਮਾਈਂਡਸੈਟ ਔਰ ਸਰਵਿਲਿਟੀ, ਦੈਨ ਟੂ ਟੇਕ ਪ੍ਰਾਈਡ ਇਨ ਆਰ ਰੂਟਸ, ਯੂਨਿਟੀ ਐਂਡ ਸੈਂਸ ਆਫ ਡਿਊਟੀ। ਠੀਕ ਹੈ ਜੀ। ਤੇ ਹੁਣ ਜੇ ਅਸੀਂ ਕੁਐਸਚਨ ਦੀ ਗੱਲ ਕਰੀਏ, ਐਜ਼ ਪਰ ਕੁਐਸਚਨ A answer 1, 2 and 4। थर्ड ऑप्शन क्यों गलत कह रहे हो जी? Reduce its carbon intensity by less than 45% by 2030। सारे ਇਹਦਾ आंसर D है जी। ऑल स्टेटमेंट जो भी इत्थे दित्तियां सारियां करैक्ट ने। जो सारा अज का लास्ट टॉपिक है जी, दैट इज जल जीवन मिशन। ये क्वेश्चन है, विच ऑफ द फॉलोइंग स्टेटमेंट्स इज आर करेक्ट? एज पर सेंट्रल ग्राउंड वाटर अथॉरिटी, अराउंड 50% ऑफ इंडियाज डिस्ट्रिक्ट्स आर क्लासिफाइड एज ओवर एक्सप्लॉयटेड। ठीक है जी। 50% ऑफ इंडियाज डिस्ट्रिक्ट्स आर इन द कैटेगरी ऑफ ओवर एक्सप्लॉयटेड। ठीक है जी। Then Central Groundwater Authority is a statutory body constituted under Environment Protection Act 1986. Last, India has the largest area under groundwater irrigation in the world. ये 3 statements ने, तुसीं दसना तीनों ठीक ने। तीनों तो वैसे किसी ऑप्शन चाहिए नहीं, 1 only, 2 and 3 only, 2 only, 1 and 3 only। केड़ी ऑप्शन ठीक है इहदे चों? ठीक है जी। वाई न्यूज़ जल जीवन मिशन न्यूज़ दे विच क्यों है जी? कहते रिसेंटली गोवा एंड दमनदीव एंड दादरा नगर हवेली बिकेम फर्स्ट इंडियन स्टेट। गोवा भारत की पहली स्टेट बनिया, दमनदीव एंड दादरा नगर हवेली पहली यूनियन टैरेटरी बनिया टू हैव हर घर जल सर्टिफिकेशन। इन्हों हर घर जल सर्टिफिकेशन मिले जी। किनू किनू मिले? गोवा पहली स्टेट बनिया ਤੇ ਦਮਨਦੀव दादरा नगर हवेली ਪਹਿਲਾਂ ਇਹ ਅਲੱਗ-ਅਲੱਗ ਯੂਨੀਅਨ ਟੈਰੀਟਰੀ ਸੀ, ਬਟ ਹੁਣ ਇਹਨਾਂ ਨੂੰ ਇਕੱਠੇ ਕਰਤਾ। ਹੁਣ ਦੋਨੋਂ ਇੱਕੋ ਸੇਮ ਯੂਨੀਅਨ ਟੈਰੀਟਰੀ ਨੇ। ਠੀਕ ਹੈ ਜੀ। ਇੱਕ ਇਹਨਾਂ ਹੈ ਜਿਓਗ੍ਰਾਫਿਕਲੀ ਇੱਕ ਦੂਸਰੇ ਨੂੰ ਕਹਿ ਲਓ ਕੁਝ ਫਰਕ ਤੇ ਕੁਝ ਏਰੀਆ ਤੇ ਲੋਕੇਟਡ ਨੇ। ਇਹ ਦਮਨਦੀव ਅਲੱਗ ਆ, दादरा नगर हवेली ਅਲੱਗ ਆ, ਬਟ ਦੋਨਾਂ ਨੂੰ ਹੁਣ ਅਸੀਂ ਇੱਕ ਯੂਨੀਅਨ ਟੈਰੀਟਰੀ ਹੀ ਕੰਸੀਡਰ ਕਰਦੇ ਹਾਂ। ਠੀਕ ਹੈ। ਤੇ ਦਮਨਦੀव ਐਂਡ दादरा नगर हवेली ਬਿਕੇਮ ਫਸਟ ਇੰਡੀਅਨ ਸਟੇਟ ਐਂਡ ਯੂਨੀਅਨ ਟੈਰੀਟਰੀ ਜਿਨ੍ਹਾਂ ਨੂੰ हर घर जल सर्टिफिकेशन मिले। वट डज दिस सर्टिफिकेशन मीन? ਇਹਦਾ मतलब ਕੀ? ਇਹਦਾ मतलब ਇਹ है भी इस स्टेट ਦੇ ਵਿੱਚ ਜਾਂ इस यूनियन टैरेटरी ਦੇ ਵਿੱਚ जिन्ने भी विलेजेस ने ਉਹਨਾਂ ਸਾਰਿਆਂ ਕੋਲੇ टैप्ड ड्रिंकिंग वाटर की फैसिलिटी है। ਉਹਨਾਂ ਸਾਰੇ विलेजेस ਦੇ हर एक घर ਨੂੰ टैप्ड ड्रिंकिंग वाटर टैप्स ਦੇ ਨਾਲ कनैक्ट ਕੀਤਾ ਜਾ ਚੁੱਕਿਆ। ठीक है जी। दिस नोटिफिकेशन इज गिवन अंडर जल जीवन मिशन ऑफ यूनियन गवर्नमेंट। तो फिर सानू जल जीवन मिशन की जे असीं गल करिए, इनू लॉन्च किने कीता जी? इट वॉज लॉन्च्ड बाय मिनिस्ट्री ऑफ जल शक्ति। जल जीवन मिशन वॉज लॉन्च्ड बाय मिनिस्ट्री ऑफ जल शक्ति with the aim to provide safe and adequate drinking water through individual household tap connections by 2040 to all households in rural India। Very important। ध्यान रखियो जिहड़ा जल जीवन मिशन आ
ਇਹ ਮਿਨਿਸਟਰੀ ਆਫ ਜਲ ਸ਼ਕਤੀ ਨੇ ਲਾਂਚ ਕੀਤਾ ਤੇ ਸਿਰਫ ਰੂਰਲ ਇੰਡੀਆ ਵਾਸਤੇ ਹੈ, ਇਹ ਯਾਦ ਰੱਖਿਓ, ਅਰਬਨ ਇੰਡੀਆ ਵਾਸਤੇ ਮਿਸ਼ਨ ਨਹੀਂ ਹੈ। ਜਲ ਜੀਵਨ ਮਿਸ਼ਨ ਇਜ਼ ਟੂ ਪ੍ਰੋਵਾਈਡ 100% ਹਾਊਸਹੋਲਡ ਕਨੈਕਟੀਵਿਟੀ ਟੂ ਟੈਪ ਵਾਟਰ ਬਾਈ 2040 ਫॉर ਰੂਰਲ ਇੰਡੀਆ। ਠੀਕ ਹੈ ਜੀ, ਜੋ ਰੂਰਲ ਹਾਊਸਹੋਲਡਸ ਨੇ ਇੰਡੀਆ ਦੇ ਉਹਨਾਂ ਦੇ ਵਿੱਚ ਸਾਰੇ ਘਰਾਂ ਨੂੰ ਪਾਣੀ ਦੀਆਂ ਟੂਟੀਆਂ ਦੇ ਨਾਲ ਕਨੈਕਸ਼ਨ ਪ੍ਰੋਵਾਈਡ ਕਰਨਾ ਇਸ ਮਿਸ਼ਨ ਦਾ ਏਮ ਹੈ। ਧਿਆਨ ਰੱਖਿਓ, ਸਿਰਫ ਰੂਰਲ ਇੰਡੀਆ ਵਾਸਤੇ ਹੈ ਇਹ। ਦ ਮਿਸ਼ਨ ਇਜ਼ ਬੇਸਡ ਔਨ ਕਮਿਊਨਿਟੀ ਅਪਰੋਚ, ਮਤਲਬ ਕਮਿਊਨਿਟੀ ਬੇਸਡ ਮਿਸ਼ਨ ਹੈ ਇਹ। ਕਮਿਊਨਿਟੀ ਪਾਰਟਿਸਿਪੇਸ਼ਨ ਵੀ ਇਹਦੇ 'ਚ ਇਨਸ਼ੋਰ ਕੀਤੀ ਜਾਊ ਵਿਦ ਇਨਫੋਰਮੇਸ਼ਨ, ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਐਜ਼ ਇਟਸ ਕੀ ਕੰਪੋਨੈਂਟਸ। ਠੀਕ ਹੈ ਜੀ, ਲੋਕਾਂ ਨੂੰ ਇਨਫੋਰਮੇਸ਼ਨ ਦੇਣੀ, ਉਹਨਾਂ ਨੂੰ ਜਾਗਰੂਕਤਾ ਉਹਨਾਂ ਦੇ ਵਿੱਚ ਲੈ ਕੇ ਆਉਣੀ, ਪਲੱਸ ਉਹਨਾਂ ਦੇ ਨਾਲ ਇੱਕ ਕਮਿਊਨੀਕੇਸ਼ਨ ਚੈਨਲ, ਇੱਕ ਕਮਿਊਨੀਕੇਸ਼ਨ ਨੈਟਵਰਕ ਡਿਵੈਲਪ ਕਰਨਾ। Then the mission also implements measures like recharge and reuse through grey water management। grey water ਮਤਲਬ ਜੋ ਵੇਸਟ ਵਾਟਰ ਹੁੰਦਾ ਉਹਨੂੰ ਮੈਨੇਜ ਕਰਕੇ ਉਹਨੂੰ ਰੀਯੂਜ਼ ਕਰਨਾ ਹੈ ਨਾ, ਉਹਨੂੰ ਆਪਾਂ ਉਹਦਾ ਟ੍ਰੀਟਮੈਂਟ ਕਰਕੇ। ਦੈਨ ਵਾਟਰ ਕੰਜ਼ਰਵੇਸ਼ਨ, ਦੈਨ ਰੇਨ ਵਾਟਰ ਹਾਰਵੈਸਟਿੰਗ। ਇਹ ਸਾਰੇ ਮੈਥਡਸ ਨੇ ਜਿਹੜੇ ਮੈਜ਼ਰਸ ਨੇ, ਇਹ ਵੀ ਜਲ ਜੀਵਨ ਮਿਸ਼ਨ ਦਾ ਪਾਰਟ ਹੈ, ਧਿਆਨ ਰੱਖਿਓ। ਟੈਪ ਵਾਟਰ ਕਨੈਕਟੀਵਿਟੀ ਤਾਂ ਦੇਣੀ ਹੈ, ਬਟ ਉਹਦੇ ਨਾਲ ਨਾਲ ਵਾਟਰ ਕੰਜ਼ਰਵੇਸ਼ਨ, ਰੇਨ ਵਾਟਰ ਹਾਰਵੈਸਟਿੰਗ, ਵਾਟਰ ਟ੍ਰੀਟਮੈਂਟ, ਇਹ ਸਭ ਚੀਜ਼ਾਂ ਵੀ ਕਰਨੀਆਂ ਨੇ ਇਹਦੇ 'ਚ। ਠੀਕ ਹੈ ਜੀ। ਦੈਨ ਅਨਦਰ ਕ੍ਰੂਸ਼ੀਅਲ ਪਾਰਟ ਆਫ ਦ ਮਿਸ਼ਨ ਇਜ਼ ਹਰ ਘਰ ਨਲ ਸੇ ਜਲ ਪ੍ਰੋਗਰਾਮ। ਇਹ 2019-20 ਦੇ ਵਿੱਚ ਅਨਾਉਂਸ ਕੀਤਾ ਗਿਆ ਜੀ, ਹਰ ਘਰ ਨਲ ਸੇ ਜਲ ਪ੍ਰੋਗਰਾਮ। ਇਹ ਵੀ ਜਲ ਜੀਵਨ ਮਿਸ਼ਨ ਦਾ ਹੀ ਪਾਰਟ ਹੈ। ਤੇ ਹਰ ਘਰ ਜਲ ਜੋ ਸਰਟੀਫਿਕੇਸ਼ਨ ਹੈ ਉਹ ਇਸੇ ਦੇ ਅੰਡਰ ਦਿੱਤਾ ਗਿਆ ਗੋਆ, ਦਮਨ, ਦੀਊ, ਦਾਦਰਾ ਨਗਰ ਹਵੇਲੀ ਨੂੰ। ਦੈਨ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਜਲ ਜੀਵਨ ਮਿਸ਼ਨ ਸਿਰਫ ਰੂਰਲ ਇੰਡੀਆ ਵਾਸਤੇ ਹੈ। ਜਲ ਜੀਵਨ ਮਿਸ਼ਨ ਅਰਬਨ ਜਿਹੜਾ ਇਹ ਮਿਸ਼ਨ ਹੈ ਜੀ, ਇਹ 2021-22 ਦੇ ਬਜਟ ਦੇ ਵਿੱਚ ਅਨਾਉਂਸ ਕੀਤਾ ਗਿਆ। ਇਹ ਅਰਬਨ ਏਰੀਆ ਵਾਸਤੇ ਹੈ। ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਨੇ ਇੰਪਲੀਮੈਂਟ ਕਰਨਾ, ਇਹਨੂੰ ਯਾਦ ਰੱਖਿਓ। ਜਲ ਜੀਵਨ ਮਿਸ਼ਨ ਅਰਬਨ ਇਜ਼ ਬੀਇੰਗ ਇੰਪਲੀਮੈਂਟਡ ਬਾय ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ। एंड जल जीवन मिशन जो सिंपल है, इट इज़ बीइंग इंप्लीमेंटेड बाय मिनिस्ट्री ऑफ जल शक्ति। जल जीवन मिशन इज़ फॉर रूरल इंडिया, जल जीवन मिशन अर्बन इज़ फॉर अर्बन इंडिया। वेरी इंपॉर्टेंट। तो ये साडा अज दी डिस्कशन जो सारे टॉपिक सी, वो सी क्वेश्चन की गल करिए जी। डी आंसर कह रहे हैं जी, 2 बच्चे ने आंसर किया डी, 1 and 3 ओनली। नहीं जी, डी आंसर नहीं है, इसका आंसर है 2 and 3। बी आंसर है जी इसका। सेंट्रल ग्राउंड वाटर अथॉरिटी इज अ स्टैट्यूटरी बॉडी। ये एनवायरनमेंट प्रोटेक्शन एक्ट 1986 के अंडर ही कॉन्स्टीट्यूट की गई है। वेरी इंपॉर्टेंट। सानू लगता कि वाटर प्रोटेक्शन एक्ट के अंडर हो, बट नहीं, ये एनवायरनमेंट प्रोटेक्शन एक्ट 1986 के अंडर कॉन्स्टीट्यूट की गई सी। थर्ड स्टेटमेंट इज करेक्ट। इंडिया हैज़ द लार्जेस्ट एरिया अंडर ग्राउंड वाटर इरीगेशन इन द वर्ल्ड। ए FAO जो एक बॉडी है UN की, फूड एंड एग्रीकल्चर ऑर्गेनाइजेशन, उन्होंने एक रिपोर्ट है, वो अकॉर्डिंग सब तो ज़्यादा एरिया इरीगेशन जो की जाती है ग्राउंड वाटर के नाल, वो इंडिया के विच है। ठीक है जी। तो फर्स्ट स्टेटमेंट गलत है जी। एज पर सेंट्रल ग्राउंड वाटर अथॉरिटी अराउंड 50% ऑफ इंडियाज डिस्ट्रिक्ट्स आर क्लासीफाइड एज ओवर एक्सप्लॉयटेड। नहीं जी, 50% नहीं है, 17-18% जो इंडिया ਦੀਆਂ डिस्ट्रिक्ट्स ने ਉਹਨਾਂ ਨੂੰ ਅਸੀਂ ਓਵਰ ਐਕਸਪਲੋਇਟਡ ਕੈਟੇਗਰੀ 'ਚ ਰੱਖਦੇ ਹਾਂ। ਸੈਂਟਰਲ ਗਰਾਊਂਡ ਵਾਟਰ ਅਥਾਰਟੀ ਹੈ ਜਿਹੜੀ, ਇਹ 3 ਕੈਟੇਗਰੀਜ਼ ਦੇ ਵਿੱਚ ਕੈਟੇਗਰਾਈਜ਼ ਕਰਦੀ ਆ ਡਿਸਟ੍ਰਿਕਟਸ ਨੂੰ, ਓਵਰ ਐਕਸਪਲੋਇਟਡ, ਕ੍ਰਿਟੀਕਲ ਤੇ ਸੈਮੀ ਕ੍ਰਿਟੀਕਲ। ਇਹਦਾ ਮਤਲਬ ਕਿਸ ਬੇਸਿਸ ਤੇ ਕਰਦੀ ਹੈ ਵੀ ਜਿੰਨਾ ਵਾਟਰ ਅਸੀਂ ਰਿਚਾਰਜ ਕਰ ਰਹੇ ਹਾਂ ਪਲੱਸ ਜਿੰਨਾ ਅਸੀਂ ਉਹਦੇ ਚੋਂ ਕੱਢ ਰਹੇ ਹਾਂ, ਉਹਦੇ ਬੇਸਿਸ ਤੇ। ਮਤਲਬ ਜੇ ਅਸੀਂ ਮੰਨ ਲਓ ਵੀ ਸਾਡੀ ਰਿਚਾਰਜ ਅਸੀਂ ਕਰ ਰਹੇ ਹਾਂ, ਕੋਈ ਵੀ ਡਿਸਟ੍ਰਿਕਟ ਆ ਉਹਦੇ 'ਚ ਪਾਣੀ ਹੈ ਜੋ ਗਰਾਊਂਡ ਦੇ ਵਿੱਚ ਜਾ ਰਿਹਾ ਉਹ 100 ਲੀਟਰਸ ਜਾ ਰਿਹਾ, ਤੇ ਉਹਦੇ ਚੋਂ ਕੱਢ ਰਹੇ ਹਾਂ ਅਸੀਂ 100 to 120 ਲੀਟਰਸ। ਜਿੰਨਾ ਪਾਣੀ ਅਸੀਂ ਧਰਤੀ ਨੂੰ ਰਿਚਾਰਜ ਕਰਨ ਦੇ ਲਈ ਨੀਚੇ ਭੇਜ ਰਹੇ ਹਾਂ ਉਹਦੇ ਤੋਂ ਜ਼ਿਆਦਾ ਅਸੀਂ ਬਾਹਰ ਕੱਢ ਰਹੇ ਹਾਂ, ਉਹ ਹੈ ਜੀ ਓਵਰ ਐਕਸਪਲੋਇਟਡ। ਜੇ ਇਹ ਐਕਸਪਲੋਇਟੇਸ਼ਨ ਜਾਂ ਪਾਣੀ ਜਿਹੜਾ ਹੈਗਾ ਅਸੀਂ 100 ਲੀਟਰ ਪਾ ਰਹੇ ਹਾਂ, 80 ਤੋਂ 90-95 ਲੀਟਰ ਕੱਢ ਰਹੇ ਹਾਂ, ਤਾਂ ਉਹ ਕ੍ਰਿਟੀਕਲ ਕੈਟੇਗਰੀ 'ਚ ਆ। ਜੇ ਅਸੀਂ 100 ਲੀਟਰ ਪਾ ਕੇ 70-75 ਲੀਟਰ ਕੱਢ ਰਹੇ ਹਾਂ ਤਾਂ ਉਹ ਆ ਜਾਂਦਾ ਸੈਮੀ ਕ੍ਰਿਟੀਕਲ ਦੇ ਵਿੱਚ। ਠੀਕ ਹੈ ਜੀ, 3 ਕੈਟੇਗਰੀਜ਼ ਨੇ, ਤੇ 17-18% ਆਫ ਦਾ ਡਿਸਟ੍ਰਿਕਟਸ ਨੇ ਜਿਹੜੀਆਂ ਇੰਡੀਆ ਦੀਆਂ ਉਹ ਓਵਰ ਐਕਸਪਲੋਇਟਡ ਕੈਟੇਗਰੀ ਦਾ ਪਾਰਟ ਨੇ। ਠੀਕ ਹੈ ਜੀ। ਧੀਰਜ ਕੰਬੋਜ ਜੀ ਆਂਸਰ ਕਰ ਰਹੇ ਨੇ ਬੀ। हाँ जी, बी आंसर ठीक है जी ਇਹਦਾ। ਤੇ ਗੁਰੂ ਕੀ ਫੌਜ ਕਹਿ ਰਿਹਾ ਜੀ, ਇਸ ਤੋਂ ਪਹਿਲਾਂ ਵਾਲੇ ਕੁਐਸਚਨ ਦੇ ਵਿੱਚ ਥੋੜਾ ਜਿਹਾ ਡਾਊਟ ਆ, ਉਹ ਦੇਖ ਲੈਂਦੇ ਆਪਾਂ।
ਸੈਕਿੰਡ ਸਟੇਟਮੈਂਟ ਨੂੰ 1 ਬਿਲੀਅਨ ਰੋਂਗ ਲਿਖਿਆ। ਹਾਂ ਠੀਕ ਹੈ, ਇੱਥੇ ਇੱਕ ਜ਼ੀਰੋ ਹੋਰ ਆਉਣੀ ਚਾਹੀਦੀ ਸੀ। ਹਾਂ ਇਹ ਬਣਿਆ 10 ਲੱਖ ਹੈ ਨਾ, ਇੱਕ ਜ਼ੀਰੋ ਹੋਰ ਆਉਣੀ ਚਾਹੀਦੀ ਸੀ ਇੱਥੇ, ਫੇਰ ਬਿਲੀਅਨ ਬਣਨਾ ਸੀ। ਤੇ ਠੀਕ ਹੈ ਚਲੋ ਕੋਈ ਨਹੀਂ, ਉਹ ਲਿਖਣ 'ਚ ਗਲਤ ਹੋ ਗਿਆ ਸੀ। ਇਹਨੂੰ ਜੇ ਆਪਾਂ 1 ਬਿਲੀਅਨ ਇਸ ਤਰ੍ਹਾਂ ਹੀ ਲਿਖ ਦਿਓ, ਚਲੋ 1 ਬਿਲੀਅਨ, ਉਹ ਟਾਈਪਿੰਗ ਮਿਸਟੇਕ ਕਰਕੇ ਥੋੜਾ ਜਿਹਾ ਹੋ ਗਿਆ। 1 ਬਿਲੀਅਨ ਟਾਰਗੇਟ ਹੈ ਜੀ ਆਪਣਾ ਕਾਰਬਨ ਐਮਿਸ਼ਨਸ 2030 ਤੱਕ ਘਟਾਉਣੇ ਨੇ, ਤੇ ਇਸ ਹਿਸਾਬ ਨਾਲ ਇਹਦਾ ਆਨਸਰ ਬਣੂਗਾ ਡੀ ਆਲ। ਤੇ ਜੇ ਗਲਤ ਹੁੰਦੀ ਫਿਰ ਬਣਦਾ 1, 3 ਐਂਡ 4 ਬੀ ਬਣਦਾ, ਬਟ ਉੱਥੇ 1 ਬਿਲੀਅਨ ਹੀ ਰੱਖੋ ਤੁਸੀਂ, ਠੀਕ ਹੈ ਜੀ। ਤੇ ਇਹ ਸਾਡਾ ਜੋ ਅੱਜ ਦੀ ਕਰੰਟ ਅਫੇਅਰਸ ਦੀ ਕਲਾਸ ਸੀ, ਡਿਸਕਸ਼ਨ ਸੀ, ਉਹਦੇ ਬਾਰੇ ਸੀ ਜੀ। ਹੁਣ ਆਪਾਂ 10 ਮਿੰਟਾਂ ਦੇ ਵਿੱਚ 9 ਵਜੇ ਆਪਾਂ ਪੰਜਾਬ ਜੀਕੇ ਦੀ ਕਲਾਸ ਸਟਾਰਟ ਕਰਾਂਗੇ, ਜਿਹਦੇ 'ਚ ਅਸੀਂ ਕੱਲ੍ਹ ਡਿਸਟ੍ਰਿਕਟਸ ਬਾਰੇ ਪੜ੍ਹ ਰਹੇ ਸੀ। ਅੱਜ ਆਪਾਂ ਡਿਸਟ੍ਰਿਕਟਸ, ਕਿਉਂਕਿ ਹੋਰ ਜ਼ਿਆਦਾ ਜੋ ਇੰਪੋਰਟੈਂਟ ਡਿਸਟ੍ਰਿਕਟ ਸੀਗੀਆਂ ਉਹਨਾਂ ਬਾਰੇ ਆਪਾਂ ਕਰ ਲਿਆ ਸੀ, ਬਟ ਜੋ ਰਿਮੇਨਿੰਗ ਆ ਉਹਦੇ 'ਚ ਜੋ ਇੰਪੋਰਟੈਂਟ ਚੀਜ਼ਾਂ ਨੇ ਉਹਨਾਂ ਬਾਰੇ ਆਪਾਂ ਡਾਇਰੈਕਟਲੀ ਡਿਸਕਸ ਕਰਾਂਗੇ। ਪਲੱਸ ਜੋ 2011 ਦਾ ਸੈਂਸਸ ਹੈ ਉਹਦੇ ਬਾਰੇ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਉਹਦੇ ਬਾਰੇ ਕੁਝ ਇੰਪੋਰਟੈਂਟ ਫੈਕਟਸ ਨੇ ਇੰਡੀਆ ਲੈਵਲ 'ਤੇ ਵੀ ਜੋ ਪੇਪਰ ਲਈ ਇੰਪੋਰਟੈਂਟ ਨੇ, ਪਲੱਸ ਸਾਡੀ ਸਟੇਟ ਸਪੈਸੀਫਿਕ ਜੋ 2011 ਸੈਂਸਸ ਆ ਉਹਦੇ ਫੈਕਟਸ ਨੇ ਜਿਹੜੇ ਸਾਡੇ ਪੇਪਰ 'ਚ ਪੁੱਛੇ ਜਾ ਸਕਦੇ ਨੇ, ਤੇ ਹਰ ਸਾਲ ਪੁੱਛੇ ਵੀ ਜਾਂਦੇ ਨੇ। 9 ਵਜੇ ਆਪਾਂ ਪੰਜਾਬ ਜੀਕੇ ਦੀ ਕਲਾਸ 'ਚੋਂ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ, ਠੀਕ ਹੈ ਜੀ।